अहनिस सहज सुभाए। दर्शन परसै गुरु कै जन्म मरण दुख जाए। वाहिगुरु साहिब जीओ। सलोक महला तीजा। सावन सरसी कामणी गुर शब्दी विचार। नानक सदा सुहागणी गुर कै हेत अपार। सावन सरसी कामणी गुर शब्दी विचार। नानक सदा सुहागणी गुर कै हेत अपार। महला तीजा। सावन दज्झै गुण बाहरी जिस दूजै भाए प्यार। नानक पिर की सार ना जानई सब सिगार खुआर। पौड़ी। सच्चा अलख अप्यो हाठ ना पतीजई। एक गावै राग परिया राग ना भीजई। एक नच नच पूरह ताल भगत ना कीजई। एक अन्न ना खाहे मूर्ख तिना क्या कीजई। तृष्णा हुई बहुत किवै ना तीजई। कर्म वधै कै लो खप मरीजई। लाहा नाम संसार अमृत पीजई। हर भगति असनेह गुरमुख कीजई। लाहा नाम संसार अमृत पीजई। हर भगति असनेह गुरमुख कीजई। वाहिगुरु जी का खालसा वाहिगुरु जी की फतेह। गुरु रूप गुरु प्यारी गुरु सवारी सतगुरु जी की साजी नवाजी अति सत्कारयोग साध संगत जीओ। असी वडभागे हाँ जो दीन दुनिया के मालक दयानिध करुणा निधान भगत वशल सतगुरु साहिब सतगुरु श्री गुरु ग्रंथ साहिब जी महाराज जी की पावन हजूरी विच बैठ के सतसंगत दियां अनमोल घड़ियां का लाभ उठा रहे हाँ। वडभागे हाँ जो बादशाह दरवेश बालीए दो जहान हाकरा गंजूर बरदो आलम शाह मर्द गमड़ा। धन धन सतगुरु साहिब श्री गुरु गोबिंद सिंह जी महाराज उन्होंने महान पावन स्थान तख्त श्री केसगढ़ साहिब जी विखे अपनियां हाजरियां लवा रहे हाँ। पावन गुरबाणी दी शब्द विचार कथा सरवण करन दे लई गुरु चरनां विच हाजिर होए हाँ। अज दा जो पावन शब्द गुरु जी ने सानू विचारन लई दिता है ये पवित्र शब्द गुरु ग्रंथ साहिब जी दे 1285 अंग उत्ते सुभाएमान है। मलार की वार दे अंदर 17वीं पौड़ी अते उसदे श्लोकां नूं असीं अज विचारना है। आओ यतन करते हाँ गुरु जी की समझाउंदे हन समझिए। श्लोक महला तीजा। श्लोक महला तीजा इत्थों पहचान हुंदी है कि ये पावन बाणी किस गुरु साहिब जी की है जिहदे भाव हन। यानी कि ये जो श्लोक है ये जो शब्द है
ਇਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹੱਲਾ ਤੀਜਾ। ਤੀਜੇ ਪਾਤਸ਼ਾਹ ਕੌਣ ਹਨ? ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ। ਤੀਜੇ ਪਾਤਸ਼ਾਹ ਸਤਿਗੁਰੂ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਗੱਤਿਆਂ ਦੀ ਗੱਤ, ਨਿਥਾਵਿਆਂ ਦੀ ਥਾਨ, ਨਿਪੱਤਿਆਂ ਦੀ ਪੱਤ, ਨਿਉਟਿਆਂ ਦੀ ਓਟ, ਨਿਕਰਿਆਂ ਦੇ ਘਰ। ਕਿੰਨੇ ਹੀ ਬਖਸ਼ਿਸ਼ਾਂ ਉਹਨਾਂ ਦੇ ਕੋਲ ਨੇ। ਐਸੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਪਾਵਨ ਇਲਾਹੀ ਬੋਲ ਉਚਾਰਨ ਹੋਏ ਹਨ। ਸਾਵਣ ਸਰਸੀ ਕਾਮਣੀ, ਗੁਰ ਸ਼ਬਦੀ ਵਿਚਾਰ। ਸਾਵਣ ਸਰਸੀ ਕਾਮਣੀ। ਗੁਰੂ ਜੀ ਗੁਰੂ ਅਮਰਦਾਸ ਜੀ ਕਹਿੰਦੇ ਸਾਵਣ ਦੇ ਮਹੀਨੇ ਦੇ ਅੰਦਰ ਕਾਮਣ। ਕਾਮਣ ਕੌਣ ਹੈ? ਪਤਨੀ, ਘਰਵਾਲੀ, ਜੀਵ ਇਸਤਰੀ। ਮਹਾਰਾਜ ਕਹਿੰਦੇ ਨੇ, ਕਹਿੰਦੇ ਜਿਵੇਂ ਸਾਉਣ ਦੇ ਮਹੀਨੇ ਦੇ ਵਿੱਚ ਜਦੋਂ ਸਾਵਣ ਦਾ ਮਹੀਨਾ ਸੁਹਾਵਣਾ ਹੁੰਦਾ ਹੈ ਅਤੇ 100 ਪਤੀ ਘਰ ਹੋਵੇ, ਉਹਦੀ ਸੇਵਾ ਦੇ ਵਿੱਚ ਪਤਨੀ ਸੇਵਾ ਕਰਦੀ ਹੈ ਔਰ ਆਪਸ ਵਿੱਚ ਬੈਠ ਕੇ ਇੱਕ ਦੂਜੇ ਦੇ ਨਾਲ ਬੜੇ ਹੀ ਸਨੇਹ ਦੇ ਨਾਲ ਦੁੱਖ ਸੁੱਖ ਦੀ ਗੱਲ ਕਰਦੇ ਹਨ ਅਤੇ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਕਿ ਕਿੰਨੀ ਕੁ ਖੁਸ਼ੀ ਹੈ ਉਸਨੂੰ। ਪਰ ਫਿਰ ਵੀ ਦੁਨੀਆ ਦੀਆਂ ਖੁਸ਼ੀਆਂ, ਦੁਨਿਆਵੀ ਤੌਰ 'ਤੇ ਇਹ ਰੁੱਤਾਂ ਬਦਲਦੀਆਂ ਰਹਿੰਦੀਆਂ ਹਨ। ਖੁਸ਼ੀਆਂ ਗਮੀਆਂ 'ਚ ਬਦਲ ਜਾਂਦੀਆਂ ਹਨ। ਥੋੜ੍ਹੇ ਚਿਰ ਦੀ ਖੁਸ਼ੀ ਹੁੰਦੀ ਹੈ। ਪਰ ਗੁਰੂ ਅਮਰਦਾਸ ਜੀ ਕਹਿੰਦੇ ਇੱਕ ਖੁਸ਼ੀ ਐਸੀ ਵੀ ਹੈ ਜਿਹੜੀ ਇਸ ਜੀਵ ਇਸਤਰੀ ਨੂੰ, ਜਿਹੜੀ ਸਾਨੂੰ ਸਾਰਿਆਂ ਨੂੰ ਇੱਕ ਵਾਰੀ ਆ ਜਾਏ ਅਤੇ ਮੁੜ ਕੇ ਉਹ ਖੁਸ਼ੀ ਕਦੇ ਲੱਥਦੀ ਨਹੀਂ, ਸਦਾ ਹੀ ਫਿਰ ਆਨੰਦ ਰਹਿੰਦਾ ਹੈ। ਉਹ ਕੀ ਹੈ? ਸਾਵਣ ਸਰਸੀ ਕਾਮਣੀ। ਸਾਵਣ ਦਾ ਮਹੀਨਾ ਇਹ ਮਨੁੱਖਾ ਜੀਵਨ ਇੱਕ ਤਰ੍ਹਾਂ ਦਾ ਮਾਨੋ ਸਾਵਣ ਦਾ ਮਹੀਨਾ ਹੈ। ਇਹਦੇ ਵਿੱਚ ਸੰਭਾਵਨਾ ਹੈ ਕਿ ਗੁਰੂ ਬੱਦਲ ਇਹਦੇ ਉੱਤੇ ਵਰਸਦਾ ਰਹੇ, ਹਮੇਸ਼ਾ ਹੀ ਵਰਸ ਰਿਹਾ ਹੈ। ਅਤੇ ਮਹਾਰਾਜ ਕਹਿੰਦੇ ਸਰਸੀ ਕਾਮਣੀ। ਸਰਸੀ ਜਿਹੜੀ ਸਹਿਤ ਰਸ ਦੇ ਹੋ ਗਈ, ਆਨੰਦਿਤ ਹੋ ਗਈ। ਕਾਮਣੀ ਜੀਵ ਇਸਤਰੀ। ਕਿਹੜੀ ਜੀ? ਗੁਰ ਸ਼ਬਦੀ ਵਿਚਾਰ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਉਹ ਜੀਵ ਇਸਤਰੀ ਇਸ ਮਨੁੱਖਾ ਜੀਵਨ ਰੂਪੀ ਸਾਵਣ ਦੇ ਮਹੀਨੇ ਦੇ ਵਿੱਚ ਰਸ ਵਾਲੀ ਹੋ ਗਈ, ਆਨੰਦਿਤ ਹੋ ਗਈ। ਗੁਰ ਸ਼ਬਦੀ ਵਿਚਾਰ, ਜਿਹੜੀ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੀ ਹੈ, ਉਹੀ ਗੁਰਮੁਖ ਆਨੰਦਿਤ ਹੁੰਦਾ ਹੈ ਇਸ ਜੀਵਨ ਵਿੱਚ। ਉਸੇ ਗੁਰਮੁਖ ਦੇ ਅੰਦਰ ਰਸ ਪੈਦਾ ਹੁੰਦਾ ਹੈ ਜੀਵਨ ਦਾ, ਜਿਹੜਾ ਸਾਧ ਸੰਗਤ ਜੀ ਗੁਰੂ ਦੀ ਸ਼ਬਦ ਦੀ ਵਿਚਾਰ ਨਾਲ ਜੁੜਦਾ ਹੈ, ਗੁਰਬਾਣੀ ਦੀ ਰੌਸ਼ਨੀ ਵਿੱਚ ਆਪਣੇ ਜੀਵਨ ਨੂੰ ਚਲਾਉਂਦਾ ਹੈ। ਅਤੇ ਮਹਾਰਾਜ ਕਹਿ ਰਹੇ ਨੇ, ਕਹਿੰਦੇ ਉਹਦਾ ਜੀਵਨ ਫਿਰ ਰਸ ਵਾਲਾ ਹੋ ਗਿਆ। ਨਾਨਕ ਸਦਾ ਸੁਹਾਗਣੀ। ਸਦਾ ਸੁਹਾਗਣ ਬੜਾ ਔਖਾ ਕੰਮ ਹੈ। ਆਮ ਤੌਰ 'ਤੇ ਸਾਡੇ ਬਜ਼ੁਰਗਾਂ ਦੇ ਵਿੱਚ ਜਦੋਂ ਕੋਈ ਕਿਤੇ ਲੜਕੀ ਜਾ ਕੇ ਆਪਣੇ ਸੱਸ ਨੂੰ, ਆਪਣੀ ਸਹੁਰੇ ਨੂੰ, ਆਪਣੀ ਮਾਂ ਨੂੰ ਮੱਥਾ ਟੇਕਦੀ ਹੈ, ਵਿਆਹੀ ਹੋਈ ਤ੍ਰੀਮਤ, ਅਤੇ ਅੱਗੋਂ ਅਸ਼ੀਸ਼ ਰੂਪ ਵਿੱਚ ਉਹ ਕਹਿੰਦੇ ਸਦਾ ਸੁਹਾਗਣ ਰਹੋ। ਪਰ ਕੀ ਐਸਾ ਹੋ ਸਕਦਾ ਦੁਨੀਆ ਦੇ ਵਿੱਚ? ਕਦੇ ਐਸਾ ਹੁੰਦਾ ਵੀ ਸਦਾ ਸੁਹਾਗਣ ਹੋਣਾ? ਬੜਾ ਦੁਰਲੱਭ ਹੈ, ਬੜਾ ਕਠਿਨ ਹੈ। ਇੱਕ ਨਾ ਇੱਕ ਦਿਨ ਸਿਰ ਦੇ ਸਾਈਂ ਨੇ ਜਾਣਾ ਹੀ ਜਾਣਾ, ਛੱਡ ਕੇ ਜਾਣਾ। ਭਗਤਾਂ ਦੇ ਜੀਵਨ ਵਿੱਚ, ਭਗਤ ਨਾਮਦੇਵ ਜੀ ਦੇ ਜੀਵਨ ਵਿੱਚ ਆਉਂਦਾ। ਆਇਆ ਇੱਕ ਬੀਬੀ ਨੇ ਨਮਸਕਾਰ ਕੀਤੀ, ਮੱਥਾ ਟੇਕਿਆ। ਉਹ ਵਿਚਾਰੀ ਆਈ ਸੀ ਬੜੀ ਦੁਖੀ ਪਰੇਸ਼ਾਨ, ਆਈ ਸੀ ਦੱਸਣ ਭਗਤ ਜੀ ਦੀ ਸੇਵਾ ਵਿੱਚ ਸੀ ਕਿ ਮੇਰਾ ਪਤੀ ਚੜ੍ਹਾਈ ਕਰ ਗਿਆ। ਉਹ ਨਮਸਕਾਰ ਕੀਤੀ, ਉਹਨਾਂ ਸਿਰ 'ਤੇ ਹੱਥ ਰੱਖਿਆ, ਕਹਿੰਦੇ ਸੁਹਾਗਵੰਤੀ ਹੋਵੇਂ। ਉਹ ਅੱਗੋਂ ਰੋ ਪਈ, ਕਹਿਣ ਲੱਗੀ ਤੁਸੀਂ ਇਹ ਕੀ ਵਰ ਕਹਿ ਦਿੱਤਾ, ਇਹ ਵਚਨ ਕੀ ਕਰ ਦਿੱਤਾ? ਸੁਹਾਗਵੰਤੀ ਹੋਵੇਂ। ਮੈਂ ਤਾਂ ਤੁਹਾਨੂੰ ਦੱਸਣ ਆਈ, ਚੱਲ ਵਸਿਆ। ਉਹ ਕਹਿੰਦੇ ਕੋਈ ਨਾ, ਫਿਰ ਸੁਹਾਗਵੰਤੀ ਹੋਵੇਗੀ। ਜਾਣੀ ਉਹ ਬੰਦੇ ਦੇ ਵਿੱਚ ਫਿਰ ਪ੍ਰਾਣ ਆਏ। ਭਗਤਾਂ ਦੇ ਬੋਲ ਇਲਾਹੀ ਹੁੰਦੇ।
ਪਰ ਫਿਰ ਵੀ ਕਿਤੇ ਕੀ ਉਹ ਜ਼ਿੰਦਗੀ 'ਚ ਕਦੇ ਗਈ ਨਾ ਹੋਏਗੀ, ਉਹਦਾ ਪਤੀ ਸਿਰ ਤੋਂ ਗਿਆ ਨਾ ਹੋਏਗਾ। ਦੁਨੀਆ ਦੇ ਵਿੱਚ ਜਿਹੜਾ ਵੀ ਕੋਈ ਆਇਆ ਉਹਨੇ ਜਾਣਾ ਹੀ ਜਾਣਾ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਅਸਲ ਫਿਰ ਇੱਥੇ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਤੀਜਾ ਰੂਪ, ਕਿ ਕਹਿੰਦੇ ਨਾਨਕ ਸਦਾ ਸੁਹਾਗਣੀ। ਕਹਿੰਦੇ ਸਦਾ ਸੁਹਾਗਣ ਵੀ ਹੋ ਸਕਦੀ ਹੈ। ਉਹ ਕਿਵੇਂ? ਉਹ ਸਦਾ ਸੁਹਾਗ ਤਾਂ ਜੇ ਆਪਣੇ ਅਸਲੀ ਕੰਤ ਆਪਣੇ ਸੋ ਵਾਹਿਗੁਰੂ ਨੂੰ ਪਛਾਣ ਲਏ। ਉਹ ਅਬਨਾਸ਼ੀ ਵਰ ਪ੍ਰਮਾਤਮਾ ਜਿਸ ਜੀਵ ਨੇ ਪਾ ਲਿਆ, ਫਿਰ ਨਾ ਉਹ ਮਰੈ ਨਾ ਜਾਇਆ, ਨਾ ਉਹ ਮਰਦਾ ਨਾ ਜਾਂਦਾ। ਜਿਹਨੂੰ ਮਹਾਰਾਜ ਕਹਿੰਦੇ ਵਿਆਹ ਹੋਆ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਉਹ ਜਿਹੜਾ ਬਾਬਲ ਪ੍ਰਮਾਤਮਾ ਵਾਹਿਗੁਰੂ ਨੂੰ, ਜਾਂ ਇੱਕ ਜੀਵ ਇਸਤਰੀ ਕਹਿੰਦੀ ਹੈ ਕਿ ਦੁਨਿਆਵੀ ਪਿਤਾ ਨੂੰ, ਹੈ ਮੇਰੇ ਪਿਤਾ, ਮੈਂ ਇੱਕ ਐਸਾ ਵਰ ਪਾ ਲਿਆ, ਉਹ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਜਿਹੜਾ ਕਦੇ ਮਿਟਦਾ ਹੀ ਨਹੀਂ ਨਾ ਜਾਂਦਾ, ਉਹਦੀ ਗੱਲ ਕਰ ਰਹੇ। ਕਹਿੰਦੇ ਭਾਈ ਗੁਰਮੁਖੋ ਨਾਨਕ ਸਦਾ ਸੁਹਾਗਣੀ। ਉਹ ਜੀਵ ਇਸਤਰੀ ਹੁਣ ਸਦਾ ਸੁਹਾਗਣ ਹੈ। ਉਹਦੇ ਸਿਰ ਵਾਲਾ ਸਹੁ ਕਦੇ ਮਰਦਾ ਨਹੀਂ। ਗੁਰ ਕੈ ਹੇਤ ਅਪਾਰ, ਪਰ ਉਹਦੀ ਪ੍ਰਾਪਤੀ ਤਾਂ ਹੁੰਦੀ ਹੈ ਗੁਰ ਕੈ ਹੇਤ ਅਪਾਰ, ਜੇ ਗੁਰੂ ਦੇ ਨਾਲ ਹੇਤ ਜਣੀ ਹਿਤ ਪਿਆਰ, ਅਪਾਰ ਜਣੀ ਬਹੁਤ ਜ਼ਿਆਦਾ, ਗੁਰੂ ਦੇ ਨਾਲ ਅਥਾਹ ਪ੍ਰੇਮ ਹੋਵੇ, ਗੁਰੂ ਦੇ ਨਾਲ ਮੁਹੱਬਤ ਹੋਵੇ, ਗੁਰੂ ਦੇ ਨਾਲ ਸਨੇਹ ਹੋਵੇ, ਅਤੇ ਫਿਰ ਗੁਰੂ ਕਿਰਪਾ ਕਰਦਾ ਹੈ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਲੜ ਲਾ ਦਿੰਦਾ ਹੈ। ਅਤੇ ਫਿਰ ਉਹਦੇ ਜਦੋਂ ਲੜ ਲੱਗ ਗਿਆ, ਫਿਰ ਉਹਨੂੰ ਸਾਧ ਸੰਗਤ ਜੀ ਕੋਈ ਫਿਕਰ ਨਹੀਂ ਕਿ ਹੁਣ ਇਹ ਮਰੇਗਾ। ਅਕਾਲ ਮੂਰਤ ਵਰ ਪਾਇਆ ਅਵਿਨਾਸ਼ੀ, ਨਾ ਕਦੇ ਮਰੈ ਨਾ ਜਾਇਆ, ਨਾ ਕਦੇ ਮਰਦਾ ਨਾ ਜੰਮਿਆ, ਅਕਾਲ ਮੂਰਤ ਹੈ। ਇਸ ਤਰੀਕੇ ਗੁਰੂ ਉਹਦੇ ਨਾਲ ਜੋੜ ਦਿੰਦਾ ਹੈ। ਪਰ ਜਦੋਂ ਗੁਰੂ ਦੇ ਨਾਲ ਕੋਈ ਬਹੁਤ ਸਨੇਹ ਮੁਹੱਬਤ ਪਿਆਰ ਕਰਦਾ ਹੈ ਤਾਂ ਇਹ ਸਭ ਕੁਝ ਮਿਲਦਾ ਹੈ। ਮਹੱਲਾ ਤੀਜਾ, ਤੀਜੇ ਪਾਤਸ਼ਾਹ ਸਮਝਾ ਰਹੇ ਹਨ, ਸਾਵਣ ਦੱਜੈ ਗੁਣ ਵਾਹਰੀ। ਸਾਵਣ ਦੇ ਮਹੀਨੇ ਦੇ ਵਿੱਚ ਉਹ ਜੀਵ ਉਹ ਸੜਦੀਆਂ ਵੀ ਹੈ, ਜਿਹੜੀਆਂ ਗੁਣਾਂ ਤੋਂ ਬਾਹਰੀਆਂ ਨੇ। ਸੌ ਦੇ ਨਾਲ ਨਿੱਤ ਸਿਆਪਾ, ਝਗੜਾ ਬਿਨਾਂ ਮਤਲਬ ਤੋਂ ਹੀ। ਸਭ ਪਦਾਰਥ ਹੋਣ ਤਾਂ ਵੀ ਉਹਨਾਂ ਨੂੰ ਇਉਂ ਲੱਗਣਾ ਮੇਰੇ ਕੋਲ ਕੁਛ ਨਹੀਂ, ਤ੍ਰਿਸ਼ਨਾ ਦੀ ਗੱਲ ਹੈ। ਅਤੇ ਮਹਾਰਾਜ ਕਹਿੰਦੇ ਇਹੋ ਜਿਹੀਆਂ ਗੁਣਾਂ ਤੋਂ ਬਾਹਰੀਆਂ ਸੜਦੀਆਂ ਨੇ। ਜਿਸ ਦੂਜਾ ਭਾਏ ਪਿਆਰ, ਜਿਹਨੂੰ ਦੁਨੀਆ ਦੇ ਦੂਜੇ ਪਦਾਰਥਾਂ ਦੇ ਨਾਲ ਪਿਆਰ ਲੱਗਿਆ ਰਹੇ, ਆਹ ਮਿਲ ਜਾਏ ਆਹ ਮਿਲ ਜਾਏ, ਪਤੀ ਘਰੇ ਵੀ ਬੈਠਾ ਰਹੇ, ਕੋਲ ਵੀ ਹੋਵੇ, ਤਾਂ ਵੀ ਉਹਦੀ ਸਾਰ ਨਹੀਂ, ਸੜਨਾ ਹੀ ਆ ਉਹਨਾਂ ਨੇ। ਕਈ ਵਾਰ ਛੱਡ ਕੇ ਹੀ ਚਲੇ ਜਾਂਦੇ ਆ। ਇਹੋ ਜਿਹੀਆਂ ਆਖਰ ਸਾਂਝ ਕਾਹਦੀ ਹੈ? ਮੁਹੱਬਤ ਦੀ ਹੈ, ਸਨੇਹ ਦੀ ਹੈ, ਪਿਆਰ ਦੀ ਹੈ। ਜਦੋਂ ਉਹੀ ਵਿੱਚੋਂ ਮਿਟ ਗਿਆ, ਫਿਰ ਕੋਲ ਹੋਣਾ ਜਾਂ ਨਾ ਹੋਣਾ ਇੱਕ ਬਰਾਬਰ ਹੈ। ਬਾਣੀ ਵਿੱਚ ਤੇ ਮਹਾਰਾਜ ਨੇ ਇੱਥੇ ਤੱਕ ਵਚਨ ਕੀਤੇ ਹਨ ਕਿ ਉਹਨਾਂ ਨੂੰ ਪਤੀ ਪਤਨੀ ਕੀ ਕਹਿਣਾ। ਜੇ ਤੁਸੀਂ ਸੋਚੋ ਵੀ ਇੱਕ ਘਰ 'ਚ ਰਹਿੰਦੇ ਆ, ਇੱਕ ਛੱਤ ਥੱਲੇ ਰਹਿੰਦੇ ਆ, ਨਾ, ਇਕੱਠੇ ਬੈਠੇ ਹੁੰਦੇ ਆ, ਇਕੱਠੇ ਚਲੇ ਜਾਂਦੇ ਆ ਗੱਡੀ 'ਚ ਬੈਠ ਕੇ, ਫਿਰ ਕੀ ਆ? ਇਹ ਤਾਂ ਬਥੇਰੇ ਆਮ ਤੌਰ 'ਤੇ ਲੋਕ ਰਹਿੰਦੇ ਆ, ਮਜਬੂਰੀਆਂ ਦੇ ਮਾਰੇ ਲੋਕ ਇੱਕ ਇੱਕ ਛੱਤ ਥੱਲੇ ਰਹਿੰਦੇ ਆ। ਕਈ ਵਾਰੀ ਹੁੰਦਾ ਇੱਦਾਂ। ਪਤੀ ਅਤੇ ਪਤਨੀ ਇੱਕ ਸੰਕਲਪ ਹੈ, ਅੰਦਰ ਦੇ ਪ੍ਰੇਮ ਦੀ ਖੇਡ ਹੈ। ਉਹ ਅਗਰ ਉਹ ਅੰਦਰਲੀ ਖੇਡ ਟੁੱਟ ਗਈ ਤਾਂ ਫਿਰ ਕੁਛ ਨਹੀਂ ਹੈ। ਗੁਰਬਾਣੀ ਨੇ ਆਖਿਆ, ਕਹਿੰਦੇ ਧਨ ਫਿਰ ਇਹ ਨਾ ਆਖੀ ਹੈ, ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਐ ਸੋਏ। ਗੁਰਬਾਣੀ 'ਚ ਲਿਖਿਆ। ਮਹਾਰਾਜ ਜੀ ਕਹਿੰਦੇ ਪਰ ਸਾਵਣ ਦੱਜੈ ਗੁਣ ਬਾਹਰੀ, ਜਿਹੜੀਆਂ ਔਗਣ ਵਾਲੀਆਂ ਨੇ ਉਹ ਸਾਵਣ ਦੇ ਮਹੀਨੇ 'ਚ ਵੀ ਸੜਦੀਆਂ ਰਹਿੰਦੀਆਂ। ਸਾਵਣ ਦਾ ਮਹੀਨਾ ਠੰਡਾ ਹੁੰਦਾ ਹੈ, ਮੀਂਹ ਪੈਂਦਾ ਹੈ, ਠੰਡੀਆਂ ਹਵਾਵਾਂ ਆਉਂਦੀਆਂ ਨੇ ਅਤੇ ਚਾਰੇ ਪਾਸੇ ਕਾਲੀਆਂ ਘਟਾਵਾਂ ਹੁੰਦੀਆਂ ਨੇ। ਆਪਣੇ ਹੀ ਕੁਦਰਤ ਨੇ
ਇਸ ਤਰ੍ਹਾਂ ਦਾ ਸਾਵਣ ਦੇ ਮਹੀਨੇ ਨੂੰ ਬਣਾਇਆ ਹੈ ਕਿ ਜਿਹਦੇ ਵਿੱਚ ਇੱਕ ਵੱਖਰਾ ਹੀ ਰਸ ਹੈ। ਪਰ ਮਹਾਰਾਜ ਕਹਿੰਦੇ ਜਦੋਂ ਗੁਣਾਂ ਤੋਂ ਬਾਹਰੀ ਹੈ, ਗੁਣ ਨਹੀਂ ਉਹਦੇ ਅੰਦਰ, ਤੇ ਫਿਰ ਸੜਦੀਆਂ ਨੇ। ਇਸੇ ਤਰੀਕੇ ਸਾਵਣ ਦੱਜਿਆ ਗੁਣ ਬਾਹਰੀ, ਸਾਵਣ ਜੀਵਨ ਪੂਰੇ ਦਾ ਪੂਰਾ ਸਾਵਣ ਹੈ। ਇਹ ਗੁਣਾਂ ਤੋਂ ਬਾਹਰਾ ਜਿਹੜਾ ਵੀ ਇਨਸਾਨ ਜੀਵ ਗੁਣਾਂ ਤੋਂ ਬਾਹਰਾ ਹੋਏਗਾ, ਉਹ ਜੀਵਨ ਦੇ ਵਿੱਚ ਉਹ ਗੁਣ ਨਹੀਂ ਹੋਣਗੇ ਜਿਹੜੇ ਗੁਣ ਗੁਰੂ ਨੇ ਦੱਸੇ ਹੈ। ਉਹਨਾਂ ਨੂੰ ਛੱਡ ਕੇ ਹੋਰ ਪਾਸੇ ਜਿਹਦਾ ਮੋਹ ਲੱਗਿਆ, ਪਿਆਰ ਲੱਗਿਆ, ਸੁਰਤ ਲੱਗੀ ਹੈ, ਮਹਾਰਾਜ ਜੀ ਕਹਿੰਦੇ ਫਿਰ ਦੱਜਿਆ ਦਾ ਅਰਥ ਹੁੰਦਾ ਸੜਨਾ। ਕਹਿੰਦੇ ਉਹ ਫਿਰ ਇਨਸਾਨ ਆਪਣੀਆਂ ਵਾਸ਼ਨਾਵਾਂ ਦੇ ਵਿੱਚ ਸੜੀ ਜਾਏਗਾ, ਉਹਨੂੰ ਠੰਡ ਨਹੀਂ ਆਉਣੀ। ਦੁਨੀਆ ਦੇ ਵਿੱਚ ਸਾਵਣ ਦੇ ਮਹੀਨੇ 'ਚ ਮੀਂਹ ਪੈਂਦਾ ਅਤੇ ਸਾਰਿਆਂ ਨੂੰ ਸ਼ਾਂਤੀ ਮਿਲਦੀ, ਪਰ ਇਹ ਗੁਣਾਂ ਤੋਂ ਬਾਹਰਾ ਬੰਦਾ ਆਪਣੀ ਔਗਣਾਂ ਦੀ ਛਤਰੀ ਇਹੋ ਜਿਹੀ ਆਲੇ ਦੁਆਲੇ ਕਰੀ ਬੈਠਾ ਹੈ ਕਿ ਗੁਰੂ ਦੀ ਬਖਸ਼ਿਸ਼ ਰੂਪੀ ਬੂੰਦ ਤੋਂ ਸੁੱਕ ਹੀ ਹੈ। ਔਗਣਾਂ ਦੇ ਨਾਲ ਹੀ ਲਬਰੇਜ਼ ਹੈ, ਔਗਣਾਂ 'ਚ ਭਰਿਆ ਪਿਆ ਹੈ। ਨਾਲ ਕਹਿੰਦੇ ਜਿਸ ਦੂਜਾ ਭਾਏ ਪਿਆਰ, ਕਿਉਂਕਿ ਇਹਦਾ ਪਿਆਰ ਲੋਭ ਰਸਨ ਇਤਿਆਦਿਕ ਜਿਹੜੇ ਮਹਾਰਾਜ ਨੇ ਆਖਿਆ ਲੋਭ 'ਚ ਪੈ ਗਿਆ, ਰਸਾਂ 'ਚ ਪੈ ਗਿਆ, ਇਹ ਚੀਜ਼ਾਂ ਚੰਗੀਆਂ ਲੱਗ ਰਹੀਆਂ ਹਨ, ਅਤੇ ਅੰਦਰਲਾ ਪਰਮਾਤਮਾ ਦਾ ਜਿਹੜਾ ਪਿਆਰ ਹੈ ਉਹਦੇ ਨਾਲ ਇਹਦਾ ਪਿਆਰ ਨਹੀਂ ਹੈ, ਸਨੇਹ ਨਹੀਂ ਬਣ ਰਿਹਾ। ਦੂਜੇ ਪਾਸੇ ਦਾ ਪਿਆਰ ਹੈ। ਨਾਨਕ ਪਿਰ ਕੀ ਸਾਰ ਨਾ ਜਾਣੀ, ਸਭ ਸੀਗਾਰ ਖੁਆਰ। ਹੁਣ ਉਦਾਹਰਨ ਬਾਹਰੀ ਦੇ ਕੇ ਅੰਦਰ ਨੂੰ ਸਮਝਾ ਰਹੇ, ਕਹਿੰਦੇ ਨਾਨਕ ਪਿਰ ਕੀ ਸਾਰ ਨਾ ਜਾਣੀ, ਸਭ ਸੀਗਾਰ ਖੁਆਰ। ਕਹਿੰਦੇ ਪਤੀ ਦੀ ਸਾਰ ਨਹੀਂ ਜਾਣਦੀ, ਪਤੀ ਨੂੰ ਪੁੱਛਦੀ ਨਹੀਂ, ਪਤੀ ਦੇ ਨਾਲ ਕਦੇ ਬੋਲਦੀ ਵੀ ਨਹੀਂ, ਅਤੇ ਸ਼ਿੰਗਾਰ ਬੜੇ ਲਾਉਂਦੀ ਹੈ ਤਰ੍ਹਾਂ ਤਰ੍ਹਾਂ ਦੇ। ਐਨ ਕੀ ਫਾਇਦਾ ਇਸ ਸ਼ਿੰਗਾਰਾਂ ਦਾ, ਕੋਈ ਮਾਇਨਾ ਹੈ ਉਹਨਾਂ ਦਾ? ਖੁਆਰ ਨੇ, ਜਿੰਨੇ ਮਰਜ਼ੀ ਲਈ ਜਾ, ਉਹ ਤੈਨੂੰ ਅੰਦਰੋਂ ਸਾੜਨਗੇ, ਅੰਦਰੋਂ ਤੈਨੂੰ ਖੁਸ਼ੀ ਨਹੀਂ ਦੇਣੀ ਉਹਨਾਂ ਨੇ। ਇੱਦਾਂ ਹੀ ਹੁਣ ਬਾਹਰੀ ਉਦਾਹਰਨ ਤੋਂ ਅੰਦਰ ਨੂੰ ਚੱਲੀਏ। ਕਹਿੰਦੇ ਨਾਨਕ ਪਿਰ ਕੀ ਸਾਰ ਨਾ ਜਾਣੀ, ਜਦੋਂ ਜੀਵ ਨੇ ਪਿਰ ਪਰਮਾਤਮਾ ਵਾਹਿਗੁਰੂ ਦੀ ਸਾਰੇ ਨਹੀਂ ਜਾਣੀ, ਉਹਦੇ ਨਾਮ ਨਾਲ ਹੀ ਨਹੀਂ ਜੁੜਿਆ ਹੈ। ਸਭ ਸੀਗਾਰ ਖੁਆਰ, ਸਾਰੇ ਹੀ ਸ਼ਿੰਗਾਰ ਹੋਣ ਬੰਦੇ ਕੋਲ, ਦੁਨਿਆਵੀ ਤੌਰ 'ਤੇ ਸ਼ਿੰਗਾਰ ਹੋਣੇ, ਚੰਗਾ ਧਨ ਹੋਵੇ, ਚੰਗਾ ਘਰ ਹੋਵੇ, ਚੰਗਾ ਬੰਦੇ ਦੇ ਕੋਲ ਰਹਿਣ ਸਹਿਣ ਦੇ ਲਈ ਸੋਹਣੇ ਵਸਤਰ ਹੋਣ, ਖਾਣ ਦੇ ਲਈ ਅੰਨ ਹੋਵੇ, ਸਭ ਕੁਝ ਹੋਵੇ, ਸਾਰਾ ਕੁਝ ਆ। ਪਰ ਇਹ ਸਭ ਕੁਝ ਮਹਾਰਾਜ ਕਹਿੰਦੇ ਭਾਵੇਂ ਛੱਡ ਤੂੰ ਦੁਨੀਆ ਦੀਆਂ ਗੱਲਾਂ, ਸਵਰਗ ਦਾ ਰਾਜਾ ਹੋਵੇਂ ਭਾਵੇਂ, ਸਵਰਗ ਦੇ ਰਾਜੇ ਦੇ ਕੋਲ ਕਿਸ ਚੀਜ਼ ਦੀ ਕਮੀ ਹੈ? ਮਹਾਰਾਜ ਕਹਿੰਦੇ ਕੁਛ ਨਹੀਂ ਹੈ, ਬਸੰਤ ਸਵਰਗ ਲੋਕਾ ਹੈ, ਜਿੱਤ ਤੇ ਪ੍ਰਿਥਵੀ ਨਵ ਖੰਡਨ ਹੈ, ਬਿਸਰੰਤ ਹਰ ਗੋਪਾਲਾ, ਨਾਨਕ ਤੇ ਪ੍ਰਾਣੀ ਉਦਿਆਨ ਭ੍ਰਮਣ ਹੈ। ਗੁਰੂ ਜੀ ਕਹਿੰਦੇ ਆ ਵਸਦਾ ਹੋਵੇ ਸਵਰਗ ਲੋਕ ਦੇ ਵਿੱਚ। ਕੌਣ ਵਸੇਗਾ? ਜਿਹੜਾ ਸਵਰਗ ਦਾ ਰਾਜਾ ਹੋਵੇ। ਸਵਰਗ ਦਾ ਰਾਜਾ ਇੰਦਰ ਵਰਗਾ ਕਿਉਂ ਨਾ ਹੋ ਜਾਵੇਂ ਤੂੰ। ਜਿੱਤ ਤੇ ਪ੍ਰਿਥਵੀ ਨਵ ਖੰਡਨ ਹੈ, 9 ਖੰਡ ਧਰਤੀ ਨੂੰ, ਪ੍ਰਿਥਵੀ ਨੂੰ ਜਿੱਤੇ ਲਵੇਂ ਭਰਾਵਾ ਤੂੰ। ਪਰ ਜੇ ਕਹਿੰਦੇ ਬਿਸਰੰਤ ਹਰ ਗੋਪਾਲ, ਰੱਬ ਨੂੰ ਭੁੱਲ ਬੈਠਾ, ਨਾਨਕ ਤੇ ਪ੍ਰਾਣੀ ਉਦਿਆਨ ਭ੍ਰਮਣ, ਜੰਗਲਾਂ ਦੇ ਵਿੱਚ ਭਟਕਣ ਵਾਲੀ ਗੱਲ ਹੈ, ਸਮਝ ਲੈ, ਕੱਖ ਵੀ ਨਹੀਂ ਤੇਰੇ ਪੱਲੇ। ਪਰ ਦੂਜੇ ਪਾਸੇ ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, ਜਾਤ ਨਾ ਪੱਤ ਨਾ ਆਦਰ, ਉਦਿਆਨ ਭ੍ਰਮਿੰਨਾ। ਇਹ ਸਭ ਕੁਝ ਦੁਨਿਆਵੀ ਕੁਛ ਨਹੀਂ ਹੈ। ਟੁੱਟੀ ਹੋਈ ਝੌਂਪੜੀ 'ਚ ਰਹਿੰਦਾ ਹੈ, ਕੱਪੜੇ ਵੀ ਫਟੇ ਹੋਏ ਆ, ਨਾ ਉੱਚੀ ਜਾਤ ਹੈ, ਨਾ ਲੋਕਾਂ 'ਚ ਕੋਈ ਉਹਦਾ ਬਹੁਤਾ ਨਾਮਣਾ ਹੀ ਹੈ। ਅਗਰ ਇਹ ਕੁਛ ਵੀ ਨਹੀਂ ਦੁਨੀਆ ਦਾ, ਲਾਸਟ ਵਿੱਚ ਮਹਾਰਾਜ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਸ ਬੰਦੇ ਦੇ ਨਾਮ ਮਨ ਵਿੱਚ ਵਸ ਗਿਆ, ਨਾਮ ਮਨ ਵਿੱਚ ਭਿੱਜ ਗਿਆ, ਕਹਿੰਦੇ ਉਹ ਰਾਜਾ ਹੈ ਸਾਰੀ ਦੁਨੀਆ ਦਾ। ਕਿਉਂ? ਗੁਰੂ ਜੀ ਸਮਝਾ ਰਹੇ ਨੇ, ਕਹਿੰਦੇ ਨਾਨਕ ਸਦਾ ਸੁਹਾਗਣੀ ਗੁਰ ਕੈ, ਨਾਨਕ ਪਿਰ ਕੀ ਸਾਰ ਨਾ ਜਾਣੀ, ਸਭ ਸੀਗਾਰ ਖੁਆਰ। ਕਹਿੰਦੇ ਜਿਸ ਨੇ ਪਿਰ ਦੀ ਪਰਮਾਤਮਾ ਦੀ ਸਾਰ ਨਹੀਂ ਜਾਣੀ, ਉਹਦੇ ਦੁਨੀਆ ਦੇ ਸਭ ਸ਼ਿੰਗਾਰ, ਦੁਨੀਆ ਦੇ ਜਣੀ ਸਭ ਸੁੱਖ ਉਹਦੇ ਲਈ ਖੁਆਰੀ ਪੈਦਾ ਕਰਨਗੇ, ਅੰਤ ਨੂੰ ਖੱਜਲ ਹੋਏਗਾ।
ਭੋਗੀ ਜਾਏਗਾ, ਅੰਤ ਨੂੰ ਖੁਆਰੀ ਪੈਦਾ ਹੋਏਗੀ, ਇਉਂ ਆਖ ਰਹੇ ਹਨ। ਪੌੜੀ ਵਿੱਚ ਸਮਝਾ ਰਹੇ, ਸੱਚਾ ਅਲਖ ਅਭਿਓ, ਸੱਚਾ ਅਲਖ ਅਭਿਓ। ਇਹ ਵਾਹਿਗੁਰੂ ਦੇ ਗੁਣਾਂ ਦੇ ਵਿੱਚੋਂ ਗੁਣ ਦੱਸ ਰਹੇ ਹੈ ਭਾਈ ਗੁਰਮੁਖੋ। ਅਕਾਲ ਪੁਰਖ ਵਾਹਿਗੁਰੂ ਜੀ ਸੱਚਾ ਹੈ, ਕਾਲਪਨਿਕ ਨਹੀਂ ਹੈ। ਤੇਰੀ ਉੱਦਾਂ ਹੀ ਐ ਨਹੀਂ ਹੈ ਵੀ ਉੱਦਾਂ ਹੀ ਬਣਾ ਤਾ ਕਿਸੇ ਦੂਜੇ ਬੰਦੇ ਨੇ। ਅੱਜ ਕੱਲ੍ਹ ਤਾਂ ਚੱਲ ਪਈ ਨਾ, ਇਹ ਤਾਂ ਪੁਜਾਰੀ ਦਾ ਰੱਬ ਬਣਾਇਆ। ਪੁਜਾਰੀ ਕੌਣ ਹੈ ਬਣਾਉਣ ਵਾਲਾ ਬਾਈ? ਗੁਰਬਾਣੀ ਤਾਂ ਕਹਿੰਦੀ ਸੱਚਾ ਹੈ, ਸੱਚਾ ਅਲਖ। ਫਿਰ ਜੇ ਕੋਈ ਤੈਨੂੰ ਆਖੇ ਵੀ ਲਿਆ ਮੈਨੂੰ ਦਿਖਾ ਦੇ, ਲਿਆ ਮੇਰੇ ਸਾਹਮਣੇ ਪ੍ਰਗਟ ਕਰ ਦੇ, ਇੱਦਾਂ ਵੀ ਨਹੀਂ। ਇੱਦਾਂ ਨਹੀਂ ਹੈ ਕਿ ਤੂੰ ਉਹਨੂੰ ਫੜ ਲਏਗਾ ਜਾਂ ਨਾ। ਅਲਖ, ਉਹ ਲਕਸ਼ਣ ਉਹਦੇ ਕੀਤੇ ਨਹੀਂ ਜਾ ਸਕਦੇ, ਜਿੰਨੇ ਕਰੇਗਾ ਥੋੜ੍ਹੇ ਰਹਿ ਜਾਣਗੇ। ਇੱਕ ਕਿਣਕਾ ਜਿਹੜਾ ਕਿਤੇ, ਇੱਕ ਕਹਿ ਲਓ ਧੂੜ ਦਾ ਕਿਣਕਾ, ਉਹਦੀਆਂ ਵੀ ਸਾਰੀਆਂ ਜਿੰਨੇ ਉਹਦੇ ਵਿੱਚ ਲੱਛਣ ਨੇ, ਉਹਦੀਆਂ ਸਾਰੀਆਂ ਸੰਭਾਵਨਾਵਾਂ ਪ੍ਰਗਟ ਨਹੀਂ ਕਰ ਸਕਦਾ ਬੰਦਾ। ਉਹਦੇ 'ਚ ਕਿਹੜੇ ਕਿਹੜੇ ਗੁਣ ਨੇ, ਕਿਹੜੇ ਕਿਹੜੇ ਔਗੁਣ ਨੇ, ਕਿੱਥੇ ਕਿੱਥੇ ਕੰਮ ਆਉਂਦਾ, ਕਿਵੇਂ ਕਿਵੇਂ ਬਣਿਆ, ਕਿਹੜੇ ਕਿਹੜੇ ਰੂਪਾਂ 'ਚ ਬਦਲ ਸਕਦਾ ਹੈ, ਬਹੁਤ ਵੱਡੀ ਫਹਿਰਿਸਤ ਬਣ ਜਾਏਗੀ। ਅਗਰ ਲਿਸਟ ਜੀ ਬਣਾਉਣ ਲੱਗ ਜਾਈਏ ਤਾਂ ਲੰਮੀ ਇੱਕ ਦਾਸਤਾਨ ਇੱਕ ਧੂੜ ਦੇ ਕਿਣਕੇ ਦੀ ਹੋਏਗੀ। ਇਸ ਲਈ ਉਹਦਾ ਵੀ ਗਹਿਰਾਈ ਅਤੇ ਡੂੰਘਾਈ ਅਤੇ ਉਹਦੇ 'ਚ ਨਹੀਂ ਜਾਇਆ ਜਾ ਸਕਦਾ। ਇੱਕ ਪੱਖ ਤੋਂ ਚਲੇ ਜਾਓਗੇ, ਦੂਜਾ ਪੱਖ ਹਜੇ ਅਧੂਰਾ ਹੀ ਪਿਆ। ਮਹਾਰਾਜ ਕਹਿੰਦੇ ਫਿਰ ਜਿਸ ਵਾਹਿਗੁਰੂ ਨੂੰ ਪ੍ਰਮਾਤਮਾ ਨੇ ਸਾਰਿਆਂ ਨੂੰ ਬਣਾਇਆ, ਉਹਨੂੰ ਜਾਣਨਾ। ਉੱਥੇ ਤਾਂ ਫਿਰ ਇੱਕ ਸ਼ਬਦ ਬੜਾ ਸੋਹਣਾ ਟੁਕਦਾ, ਅਲਖ, ਬੇਅੰਤ, ਅਨੰਤ। ਕਹਿੰਦੇ ਲਖਿਆ ਨਹੀਂ ਜਾਂਦਾ। ਅਲਖ ਅਭਿਓ, ਅਭਿਓ ਹੈ, ਭੇਦ ਨਹੀਂ ਕੋਈ ਪਾ ਸਕਦਾ। ਕੋਈ ਆਖੇ ਜੀ ਮੈਂ ਪਾਏ ਲਿਆ ਭੇਦ ਸਾਰਾ ਹੀ, ਫਿਰ ਤੇ ਤੂੰ ਰੱਬ ਤੋਂ ਵੱਡਾ ਹੋ ਗਿਆ। ਇੱਕ ਵਾਰ ਦੀ ਗੱਲ ਹੈ, ਮਹਾਤਮਾ ਬੁੱਧ ਤੁਰੇ ਜਾਂਦੇ ਸੀ। ਉਹਨਾਂ ਦਾ ਇੱਕ ਬੜਾ ਪ੍ਰੇਮੀ ਸ਼ਰਧਾਲੂ ਮਿਲਿਆ ਅਤੇ ਉਹਨੇ ਮਹਾਤਮਾ ਜੀ ਨੂੰ ਆਖਿਆ, ਕਹਿਣ ਲੱਗਾ ਜੀ ਮੈਂ ਤੁਹਾਡੇ ਬਾਰੇ ਬੜਾ ਸੁਣਿਆ ਸੀ, ਅੱਜ ਤੁਹਾਨੂੰ ਵੇਖਿਆ ਅਤੇ ਕਹਿੰਦਾ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਵੀ ਐ ਮਹਾਤਮਾ, ਤੇਰੇ ਵਰਗਾ ਬੁੱਧ, ਤੇਰੇ ਵਰਗਾ ਬੰਦਾ ਦੁਨੀਆ 'ਤੇ ਪਹਿਲਾਂ ਕਦੇ ਨਹੀਂ ਆਇਆ। ਬੁੱਧ ਸੁਣੀ ਗਏ। ਉਹਨੇ ਨਾਲ ਫਿਰ ਇੱਕ ਸ਼ਬਦ ਆਖਿਆ, ਕਹਿੰਦਾ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ, ਤੇਰੇ ਵਰਗਾ ਬੰਦਾ ਦੁਨੀਆ 'ਚ ਇਸ ਟਾਈਮ ਵੀ ਨਹੀਂ ਹੈ। ਫਿਰ ਚੁੱਪ ਕਰਿਆ ਰਿਹਾ। ਅੱਗੋਂ ਨੇ ਆਖਿਆ, ਕਹਿਣ ਲੱਗਾ ਵੀ ਤੇਰੇ ਵਰਗਾ ਬੰਦਾ ਅੱਗੇ ਨੂੰ ਵੀ ਨਹੀਂ ਆਉਣਾ ਕਦੇ। ਮਹਾਤਮਾ ਬੁੱਧ ਖੜ੍ਹੇ ਹੋਏ ਅਤੇ ਉਹ ਬੰਦੇ ਦੇ ਚਰਨੀ ਹੱਥ ਲਾਉਣ ਲੱਗੇ, ਪੈਰੀਂ ਹੱਥ ਲਾਉਣ ਲੱਗੇ। ਉਹ ਕਹਿੰਦਾ ਜੀ ਇਹ ਕੀ ਕਰੀ ਜਾਂਦੇ? ਮੈਂ ਤਾਂ ਸੇਵਾਦਾਰ ਹਾਂ, ਤੁਹਾਡਾ ਸ਼ਰਧਾਲੂ ਹਾਂ। ਉਹ ਕਹਿੰਦੇ ਨਹੀਂ ਭਰਾਵਾ, ਤੂੰ ਤਾਂ ਲੱਗਦਾ ਮੇਰੇ ਨਾਲੋਂ ਵੀ ਵੱਡਾ ਅੱਗੇ ਪਹੁੰਚ ਗਿਆ। ਕਹਿੰਦਾ ਜੀ ਨਾ। ਕਹਿੰਦੇ ਫਿਰ ਤੂੰ ਆਹ ਜਿਹੜੀ ਗੱਲ ਆਖੀ ਹੈ ਵੀ ਤੇਰੇ ਵਰਗਾ ਬੰਦਾ ਪਹਿਲਾਂ ਵੀ ਨਹੀਂ ਹੋਇਆ, ਅਤੇ ਮੈਂ ਸੋਚਿਆ ਵੀ ਹੋ ਸਕਦਾ ਇਹ ਬੰਦਾ ਹਿਸਟਰੀ ਤੋਂ ਵਾਕਿਫ ਹੋਵੇ, ਹੋ ਸਕਦਾ ਮੇਰੇ ਵਰਗਾ ਬੰਦਾ ਹਿਸਟਰੀ 'ਚ ਨਾ ਹੋਇਆ ਹੋਵੇ, ਇਹਨੇ ਜਾਣ ਲਈ ਹੋਵੇ ਗੱਲ। ਪਰ ਦੂਜੀ ਗੱਲ ਇਹਨੇ ਬੰਦੇ ਨੇ ਆਖੀ ਤੇਰੇ ਵਰਗਾ ਹੁਣ ਵੀ ਨਹੀਂ, ਮੈਂ ਸੋਚਿਆ ਦੁਨੀਆ ਦੀ ਇੰਨੀ ਸਮਝ ਰੱਖਦਾ ਹੋਵੇ। ਪਰ ਇੱਕ ਤੀਜੀ ਗੱਲ ਤੂੰ ਆਖੀ ਤੇਰੇ ਵਰਗਾ ਅੱਗੇ ਨੂੰ ਵੀ ਨਹੀਂ ਹੋਣਾ, ਇਹ ਤਾਂ ਮੈਨੂੰ ਵੀ ਨਹੀਂ ਪਤਾ ਵੀ ਮੇਰੇ ਵਰਗਾ ਹੋਣਾ ਨਹੀਂ। ਇਹਦਾ ਮਤਲਬ ਤੂੰ ਤਾਂ ਫਿਰ ਸਾਰਾ ਕੁਛ ਤੇਰੇ ਹੱਥ 'ਚ ਹੀ ਹੈ, ਅੱਗੇ ਬਾਰੇ ਵੀ ਤੂੰ ਜਾਣਦਾ ਭਾਈ, ਮੇਰੇ ਨਾਲੋਂ ਵੱਡਾ ਤਾਂ ਤੂੰ ਹੀ ਹੈ। ਫਿਰ ਉਹਨੇ ਹੱਥ ਜੋੜ ਕੇ ਮਾਫੀ ਮੰਗੀ। ਬੁੱਧ ਨੇ ਉਹਨੂੰ ਆਖਿਆ ਕਿ ਉਹ ਪਰਮਾਤਮਾ ਵਾਹਿਗੁਰੂ ਜਿਹੜਾ ਰੱਬ ਹੈ ਜਾਂ ਇਹ ਪ੍ਰਕਿਰਤੀ ਹੈ, ਅਨੰਤ ਹੈ, ਇਹਦੇ ਵਿੱਚ ਦਾਅਵਾ ਨਹੀਂ ਕੀਤਾ ਜਾ ਸਕਦਾ। ਇੱਦਾਂ ਹੀ ਕੋਈ ਬੰਦਾ ਆਖੇ ਵੀ ਮੈਂ ਭੇਦ ਪਾ ਲਿਆ, ਭੇਦ ਨਹੀਂ ਪਾਇਆ ਜਾ ਸਕਦਾ। ਇਹ ਤਾਂ ਜਿੰਨਾ ਕੋਈ ਗੱਲ ਆਖੇਗਾ ਉਹਨੇ ਸਮਝੋ ਆਪਣੇ ਆਪ ਵਿੱਚ ਠੀਸ ਮਾਰਨੀ ਹੈ, ਆਪਣੇ ਆਪ ਦੇ ਵਿੱਚ ਕੂੜੀ ਗੱਲ ਕਰਨੀ ਹੈ। ਜੇ ਕੋਈ ਕਹਿੰਦਾ ਵੀ ਹੈ ਫਿਰ ਪਿੱਛੋਂ ਪਛਤਾਉਣਾ ਪਏਗਾ। ਇਸ ਤਰ੍ਹਾਂ ਦੀ ਗੱਲ ਬਣਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ
ਭਾਈ ਗੁਰਮੁਖੋ ਸੱਚਾ ਪ੍ਰਮਾਤਮਾ ਸੱਚਾ ਹੈ, ਸੱਚ ਹੈ ਅਲੱਖ, ਜਿਹਦੇ ਲਕਸ਼ਣ ਕੀਤੇ ਨਹੀਂ ਜਾ ਸਕਦੇ। ਅਭੇਓ ਭੇਦ ਪਾਏ ਨਹੀਂ ਸਕਦੇ। ਇੱਕ ਪੱਖ ਤੋਂ ਜਿੰਨਾ ਗਹਿਰਾ ਜਾਈ ਜਾਓਗੇ ਦੂਜਾ ਪੱਖ ਫਿਰ ਉਨਾ ਹੀ ਅਧੂਰਾ। ਕਿੰਨਾ ਕੁ ਭੇਦ ਪਾ ਲਓਗੇ। ਅਭੇਓ ਹਾਠ ਨਾ ਪਤੀਜਈ। ਗੁਰੂ ਜੀ ਕਹਿੰਦੇ ਹੱਠ ਨਾਲ ਗੱਲ ਨਹੀਂ ਬਣਦੀ। ਹੱਠ ਨਾਲ ਪ੍ਰਾਪਤੀ ਨਹੀਂ। ਕੋਈ ਆਖੇ ਵੀ ਮੈਂ ਹੱਠ ਕਰ ਲਵਾਂ, ਲਓ ਜੀ ਮੈਂ ਤੇ ਕਰਕੇ, ਮੈਂ ਤੇ ਇੱਥੇ ਬੈਠਾ, ਮੈਂ ਤੇ ਲੈ ਕੇ ਜਾਣਾ, ਮੈਂ ਤੇ ਪ੍ਰਾਪਤ ਕਰਕੇ ਜਾਣਾ। ਹੱਠ ਨਹੀਂ, ਪ੍ਰੇਮ ਦੀ ਖੇਡ ਹੈ, ਧੱਕਾ ਨਹੀਂ। ਕੋਈ ਹੱਠ ਆਖੇ, ਕੋਈ ਹੱਠ ਇਹ ਹੈ। ਗੁਰਮਤਿ ਨੇ ਹੱਠ ਯੋਗ ਨੂੰ ਨਹੀਂ ਮੰਨਿਆ। ਗੁਰਮਤਿ ਨੇ ਸਹਿਜ ਦੀ ਗੱਲ ਕੀਤੀ ਹੈ। ਸਹਿਜ ਨਾਲ ਗੁਰੂ ਦੇ ਦੱਸੇ ਮਾਰਗ 'ਤੇ ਚੱਲੀ ਚੱਲੋ, ਹੌਲੀ 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 ਹੌਲੀ। ਜਿੱਦਾਂ ਗੁਰੂ ਸਾਹਿਬ ਕਹਿੰਦੇ ਹਨ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀ ਹੈ, ਉੱਦਾਂ ਚੱਲੀ ਜਾਣਾ। ਇਹੀ ਗੁਰਮਤਿ ਦਾ ਰਸਤਾ ਹੈ। ਕੋਈ ਹੱਠ ਕਰੇ, ਇਹ ਗੁਰਮਤਿ ਦਾ ਮਾਰਗ ਨਹੀਂ ਹੈ। ਹੱਠ ਵੀ ਰਸਤੇ ਦੇ ਵਿੱਚ ਰੁਕਾਵਟ ਹੀ ਬਣਦਾ ਹੈ। ਅਤੇ ਮਹਾਰਾਜ ਕਹਿੰਦੇ ਹੱਠ ਨਾ ਭਤੀਜਈ। ਹੱਠ ਨਾਲ ਭਤੀਜਦਾ ਨਹੀਂ। ਹੱਠ ਦੇ ਨਾਲ, ਕੋਈ ਧੱਕੇ ਦੇ ਨਾਲ ਉਹ ਪਰਮਾਤਮਾ, ਉਹ ਵਾਹਿਗੁਰੂ ਨੂੰ ਪਾਇਆ ਨਹੀਂ ਜਾ ਸਕਦਾ। ਹੱਠ ਨਹੀਂ ਹੈ। ਹੱਠ ਦੇ ਨਾਲ ਤਾਂ ਕਿਸੇ ਬੰਦੇ ਨੂੰ ਨਹੀਂ ਪਾ ਸਕਦੇ ਤੁਸੀਂ। ਕੋਈ ਇਨਸਾਨ ਹੈ, ਕੋਈ ਉਹਦੇ ਨਾਲ ਤੁਹਾਨੂੰ ਲਗਾਵ ਹੈ, ਜਾਂ ਤੁਹਾਡੀ ਕੋਈ ਉਹਦੇ ਤੱਕ ਗਰਜ ਹੈ, ਅਤੇ ਤੁਸੀਂ ਆਖੋ ਮੈਂ ਹੱਠ ਨਾਲ ਕਰਾ ਲਾਂਗਾ। ਕਈ ਵਾਰ ਹੱਠ ਨਾਲ ਨਹੀਂ ਬੰਦਾ ਕਰਦਾ। ਕਈ ਮਜ਼ਦੂਰ ਬੰਦੇ ਹੁੰਦੇ ਆ, ਉਹਨਾਂ ਨੂੰ ਤੁਸੀਂ ਹੱਠ ਕਰੋ ਵੀ ਮੈਂ ਤੈਨੂੰ ਨੌਕਰੀ ਦਿੱਤੀ ਹੋਈ ਹੈ, ਲੈ ਇੰਨੇ ਵਜੇ ਤੱਕ ਕਰ, ਅਤੇ ਉਹ ਆਖੇ ਮੈਨੂੰ ਕੰਮ ਹੈ ਜ਼ਰੂਰੀ, ਮੈਂ ਜਾਣਾ। ਤੁਸੀਂ ਆਖੋ ਨਹੀਂ ਇੰਨਾ ਕਰਨਾ ਪਏਗਾ, ਅਗਲਾ ਸੱਟ ਉਹ ਮਾਰੇਗਾ ਭਗਾ ਕੇ ਤੁਹਾਡਾ ਸਮਾਨ, ਅਤੇ ਕਰਵਾ ਲਓ ਕੰਮ ਉਹ ਤੋਂ। ਕਈ ਬਥੇਰੇ ਇੱਦਾਂ ਦੇ ਬੰਦੇ ਹੁੰਦੇ ਆ। ਉਹਨਾਂ ਦਾ ਵੀ ਆਪਣਾ ਕਹਿ ਲਓ ਕਿ ਦੁਨਿਆਵੀ ਤੌਰ 'ਤੇ, ਆਰਥਿਕ ਤੌਰ 'ਤੇ ਛੋਟੇ ਤੋਂ ਛੋਟੇ ਬੰਦੇ ਦਾ ਵੀ ਆਪਣਾ ਸਵੈਮਾਨ ਹੈ। ਮਨੁੱਖੀ ਸੁਭਾਅ ਦੇ ਅੰਦਰ ਹੈ ਕਿ ਉਹ ਜਿਹੜਾ ਹੱਠ ਹੈ ਉਹਨੂੰ ਪਸੰਦ ਨਹੀਂ ਹੈ ਬਹੁਤਾ ਜ਼ਿਆਦਾ। ਕੋਈ ਧੱਕਾ ਕਰੇ, ਧੱਕਾ ਵੀ ਉਹਦੇ ਅੰਦਰ ਬਹੁਤ ਗਹਿਰਾਈ ਦੇ ਵਿੱਚ ਆਵਾਜ਼ ਉੱਠਦੀ ਹੈ ਕਿਤੇ ਨਾ ਕਿਤੇ ਜਾ ਕੇ ਇਨਸਾਨਾਂ ਦੇ ਅੰਦਰ, ਵੀ ਇਹ ਗਲਤ ਹੋ ਰਿਹਾ, ਭਾਵੇਂ ਲੁਕ ਛੁਪ ਕੇ ਹੀ ਹੋਵੇ। ਕਦੇ ਨਾ ਕਦੇ ਸਾਲਾਂ ਬੱਧੀ, ਮੁੱਦਤਾਂ ਬੱਧੀ, ਸਦੀਆਂ ਤੋਂ ਬਾਅਦ ਹੀ ਸਹੀ, ਉਹ ਜਿਹੜੇ ਤਾਨਾਸ਼ਾਹ ਹੁੰਦੇ ਉਹਨਾਂ ਨੂੰ ਮਿਟਣਾ ਪੈਂਦਾ। ਉਹਨਾਂ ਨੂੰ ਲੋਕ ਮਲੀਆਂ ਮੇਟ ਕਰ ਦਿੰਦੇ ਆ। ਇੱਦਾਂ ਦੀ ਹਾਲਤ ਹੁੰਦੀ। ਤਾਨਾਸ਼ਾਹਾਂ ਦੇ ਮਹਿਲਾਂ ਦੇ ਕਿੰਗਰੇ ਵੀ ਨਹੀਂ ਲੋਕੀ ਛੱਡਦੇ, ਉਹ ਮਹਿਲਾਂ ਨੂੰ ਵੀ ਮਿੱਟੀ 'ਚ ਮਟਾ ਦਿੰਦੇ ਆ ਲੋਕੀ। ਦੁਨੀਆ ਦਾ ਇਤਿਹਾਸ ਪੜ੍ਹ ਲਓ। ਹੱਠ ਨਹੀਂ। ਹੱਠ ਵਕਤੀ ਤੌਰ 'ਤੇ ਥੋੜ੍ਹਾ ਬਹੁਤਾ ਕਿਸੇ ਕੰਮ ਲਈ ਹੋ ਸਕਦਾ, ਪਰ ਪਰਮਾਤਮਾ ਦੇ ਮਾਰਗ 'ਤੇ ਹੱਠ ਨਹੀਂ। ਉਹਦੇ ਅੱਗੇ ਕਾਹਦਾ ਹੱਠ, ਉਹ 'ਤੇ ਕਾਹਦਾ ਜ਼ੋਰ। ਉਹਦੇ ਅੱਗੇ ਜਦੋਂ ਚਾਰਾ ਹੀ ਨਹੀਂ ਕੋਈ ਚੱਲਦਾ, ਉਹਦੇ ਅੱਗੇ ਤਾਂ ਨਮਸਕਾਰ ਕਰਨੀ ਬਣਦੀ ਹੈ, ਹੱਠ ਨਹੀਂ। ਗੁਰਬਾਣੀ 'ਚ ਮਹਾਰਾਜ ਨੇ ਆਖਿਆ, ਜਿਸ ਠਾਕੁਰ ਸਿਉ ਨਾਹੀ ਚਾਰਾ, ਮਨਤਾ ਕੋ ਕੀਜੈ ਸਦਾ ਨਮਸਕਾਰਾ। ਉਹਨੂੰ ਨਮਸਕਾਰ ਹੀ ਕਰੋ, ਹੱਠ ਨਹੀਂ। ਇੱਕ ਗਾਵਹਿ ਰਾਗ ਪਰੀਆਂ ਰਾਗ ਨਾ ਭੀਜਈ। ਕਈ ਬੰਦੇ ਗੁਣ ਧਾਰਨ ਕਰ ਲੈਂਦੇ, ਕੋਈ ਰਾਗ ਗਾਣ ਲੱਗ ਜਾਂਦਾ ਹੈ, ਰਾਗੀ ਬਣ ਜਾਂਦਾ ਹੈ। ਇੱਕ ਗਾਵੈ ਰਾਗ ਪਰੀਆਂ ਰਾਗਣੀਆਂ ਗਾਣ ਲੱਗ ਜਾਂਦਾ ਹੈ। ਆਉਂਦਾ ਨਾ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ। ਕੋਈ ਬੰਦਾ ਰਾਗੀ ਬਣ ਜਾਏ, ਬਹੁਤ ਵੱਡਾ ਰਾਗੀ ਬਣ ਜਾਏ, ਰਾਗ ਰਾਗਣੀਆਂ ਦਾ ਬਹੁਤ ਜਾਣਕਾਰ ਹੋ ਜਾਏ, ਕੀ ਰਾਗ ਦੇ ਨਾਲ ਭਿੱਜਦਾ ਉਹ, ਪ੍ਰਾਪਤੀ ਹੋ ਜਾਂਦੀ। ਇਕੱਲਾ ਰਾਗ ਨਹੀਂ, ਰਾਗ ਦੇ ਵਿੱਚ ਅਗਰ ਪ੍ਰੇਮ ਹੋਵੇ, ਰਾਗ ਦੇ ਵਿੱਚ ਅਗਰ ਸਿਫਤ ਸਲਾਹ ਹੋਵੇ ਤਾਂ ਵੱਖਰੀ ਗੱਲ ਹੈ। ਫਿਰ ਤੇ ਤੇਰਾ ਬੋਲਿਆ ਹੋਇਆ ਬੋਲ ਵੀ ਰਾਗ ਬਣ ਜਾਏਗਾ, ਪ੍ਰੇਮ ਬਣ ਜਾਏਗਾ। ਅਗਰ ਉਹਦੇ ਵਿੱਚ ਪ੍ਰੇਮ ਨਹੀਂ, ਇਕੱਲਾ ਕੋਈ ਰਾਗ ਦਾ ਹੀ ਗਵਈਆ ਹੀ ਹੋਵੇ ਤਾਂ ਗੱਲ ਨਹੀਂ ਬਣਦੀ। ਧਿਆਨ ਰੱਖਿਓ, ਰਾਗ ਸ਼ਬਦ ਵਰਤਿਆ, ਕੀਰਤਨ ਨਹੀਂ ਵਰਤਿਆ। ਕੀਰਤਨ ਅਸੀਂ ਕਈ ਵਾਰੀ ਉਹ ਕੀਰਤਨੀਏ ਜੀ ਬਹੁਤ ਲਾਲਚ ਕਰਦੇ ਨਾ। ਕੀਰਤਨੀਆ ਲਾਲਚੀ ਹੋ ਨਹੀਂ ਸਕਦਾ, ਰਾਗੀ ਲਾਲਚੀ ਹੋ ਸਕਦਾ। ਰਾਗ ਇੱਕ ਗੁਣ ਹੈ, ਕੀਰਤਨ ਭਗਤੀ ਹੋਵੇ।
ਕੀਰਤਨ ਸ਼ਬਦ ਦੇ ਕੀਰਤੀ ਤੋਂ ਵਡਿਆਈ ਤੋਂ ਬਣਿਆ। ਰਾਗੀ ਅਤੇ ਕੀਰਤਨੀਆਂ ਦੋ ਵੱਖਰੇ ਸ਼ਬਦ ਹੈ, ਦੋਵਾਂ ਦੇ ਭਾਵ ਬੜੇ। ਰਾਗੀ ਇੱਕ ਗੁਣ ਵਾਲਾ ਬੰਦਾ, ਉਹਦੇ ਕੋਲ ਉਹਨੇ ਸਿੱਖ ਲਿਆ, ਉਹਨੂੰ ਕੋਈ ਗੀਤ ਦੇ ਦਿਓ ਗੀਤ ਗਾ ਲੂਗਾ, ਉਹ ਤੋਂ ਕਮਾਈ ਕਰੂ। ਉਹਨੂੰ ਬਾਣੀ ਦਾ ਸ਼ਬਦ ਦੇ ਦਿਓ ਤੇ ਬਾਣੀ ਦਾ ਸ਼ਬਦ ਗਾਣ ਲੱਗ ਜੂਗਾ, ਤਾਂ ਵੀ ਉਹ ਤੋਂ ਦੇਖੂਗਾ ਵੀ ਕਿੰਨੀ ਕੁ ਕਮਾਈ ਹੋਈ। ਉਹ ਰਾਗੀ ਹੈ। ਕੀਰਤਨੀਆਂ ਤਾਂ ਉਹਦਾ ਜੀਵਨ ਹੁੰਦਾ। ਕੀਰਤਨ ਉਹ ਸ਼ਬਦ ਨਹੀਂ, ਉਹ ਭਗਤੀ ਕਰਦਾ। ਸ਼ਬਦ ਨਹੀਂ ਇਕੱਲਾ ਉਹਦੇ ਲਈ ਉਹ ਸ਼ਬਦ ਹੈ, ਉਹ ਭਗਤੀ ਹੈ ਉਹਦੇ ਲਈ, ਇਕੱਲਾ ਦੁਨਿਆਵੀ ਕਮਾਈ ਦਾ ਸਾਧਨ ਨਹੀਂ। ਤਦੇ ਕੀਰਤਨ ਨੂੰ ਮਹਾਰਾਜ ਨੇ ਕਥਾ ਕੀਰਤਨ ਸੁਖਦਾਈ ਆਖਿਆ ਹੈ ਸੱਚੇ ਪਾਤਸ਼ਾਹ ਨੇ। ਜਿਹੜਾ ਇੱਥੇ ਸ਼ਬਦ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਪੜ੍ਹ ਲਓ, ਉਹਦੇ ਵਿੱਚ ਕਿਤੇ ਨਹੀਂ ਆਖੇ ਲਿਖਿਆ ਹੈ ਕਿ ਜਿਹੜਾ ਕੋਈ ਕੀਰਤਨ ਕਰਨ ਵਾਲਾ ਕੀਰਤਨ ਕਰੀ ਜਾਏ ਪਰਮਾਤਮਾ ਨੂੰ ਨਹੀਂ ਪਾ ਸਕਦਾ। ਰਾਗੀ ਦੀ ਗੱਲ ਜ਼ਰੂਰ ਆਈ ਹੈ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਇਹ ਤਾਂ ਸਾਡੇ ਵਿੱਚ ਮਸ਼ਹੂਰ ਜੀ ਹੋ ਗਈ, ਫਲਾਣਾ ਰਾਗੀ ਜੱਥਾ, ਫਲਾਣਾ ਰਾਗੀ ਜੱਥਾ। ਉਹ ਕੀਰਤਨੀਆਂ ਸ਼ਬਦ ਭਲੋ ਭਲੋਰੇ ਕੀਰਤਨੀਆਂ ਸ਼ਬਦ ਵਧੀਆ ਹੁੰਦਾ, ਗੁਰੂ ਦੀ ਸਿਫਤ ਕਰਨ ਵਾਲਾ। ਅਤੇ ਇਸ ਲਈ ਭਾਈ ਮਹਾਰਾਜ ਕਹਿੰਦੇ ਹਨ ਕਿ ਕੋਈ ਬੰਦਾ ਬਹੁਤ ਰਾਗ ਦਾ ਪ੍ਰਵੀਨ ਵੀ ਹੋ ਜਾਏ, ਸਿਆਣਾ ਵੀ ਹੋ ਜਾਏ, ਬਹੁਤ ਰਾਗ ਵਿਦਿਆ ਦਾ ਜਾਣਕਾਰ ਹੋ ਜਾਏ, ਇੰਨਾ ਹੀ ਤਕੜਾ ਰਾਗੀ ਹੋ ਜਾਏ ਕਿ ਉਹਦੇ ਸਭ ਕੁਝ ਮੂੰਹ ਜਵਾਨੀ ਕੰਠੇ ਹੋ ਜਾਏ, ਉਹ ਸਵਰਗ ਦੇ ਜਿਹੜੇ ਗਵੱਈਏ ਹੈ ਉਹਨਾਂ ਦੀ ਤਰ੍ਹਾਂ ਹੀ ਉਹਦੀ ਗੱਲ ਬਣ ਜਾਏ। ਪਰ ਫਿਰ ਵੀ ਕਹਿੰਦੇ ਰਾਗ ਨਾ ਭੀਜੇ ਰਾਗ ਨਾਲ ਨਹੀਂ ਕੋਈ ਰਾਗ। ਤਾਨਸੇਨ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਗਵੱਈਆ ਸੀ। ਤਾਨਸੇਨ ਅਕਬਰ ਨੇ ਆਪਣੇ 9 ਰਤਨਾਂ ਦੇ ਵਿੱਚੋਂ ਇੱਕ ਰਤਨ ਸੀ ਉਹਦਾ ਤਾਨਸੇਨ। ਉਹਨੇ 9 ਚੀਜ਼ਾਂ ਨੂੰ ਰਤਨ ਐਲਾਨਿਆ ਸੀ, ਉਹਨਾਂ ਦੇ ਵਿੱਚੋਂ ਇੱਕ ਰਤਨ ਸੀ ਰਾਗੀ ਤਾਨਸੇਨ। ਔਰ ਜਦੋਂ ਗਾਉਂਦਾ ਸੀ ਨਾ ਤਾਨਸੇਨ ਅਤੇ ਸੰਗਤ ਜੀ ਅਸ਼ ਘਰ ਉੱਠਦੇ ਸੀ ਦਰਬਾਰੀ। ਇੱਕ ਦਿਨ ਉਹਨੇ ਇੰਨਾ ਵਧੀਆ ਗਾਇਆ, ਰਾਗਾਂ ਦਾ ਬੜਾ ਜਾਣਕਾਰ ਸੀ। ਉਹਨੇ ਤਾਨਾਂ ਲਾ ਕੇ, ਉਹਨੇ ਅਲਾਪਾਂ ਲਾ ਕੇ ਬੜੇ ਤਰੀਕੇ ਨਾਲ ਗਾਇਆ। ਜਦੋਂ ਉਹਨੇ ਸਮਾਪਤੀ ਕੀਤੀ ਤੇ ਅਕਬਰ ਕਹਿ ਉੱਠਿਆ, ਕਹਿੰਦਾ ਬਈ ਦੁਨੀਆ ਦੇ ਵਿੱਚ ਤੇਰੇ ਤੋਂ ਵਧੀਆ ਕੋਈ ਗਵੱਈਆ ਨਹੀਂ ਹੋ ਸਕਦਾ, ਰਾਗੀ ਨਹੀਂ ਹੋ ਸਕਦਾ। ਉਹ ਬੰਦਾ ਇਮਾਨਦਾਰ ਸੀ ਉੱਥੇ। ਉਹਨੇ ਆਖਿਆ, ਕਹਿਣ ਲੱਗਾ, ਕਹਿੰਦਾ ਬਈ ਠੀਕ ਹੈ ਬਾਦਸ਼ਾਹ, ਤੈਂ ਮੇਰੇ ਤੋਂ ਵਧੀਆ ਕੋਈ ਦੇਖਿਆ ਨਹੀਂ, ਪਰ ਇਹ ਗੱਲ ਨਹੀਂ ਹੋ ਸਕਦੀ ਮੇਰੇ ਤੋਂ ਵਧੀਆ ਨਹੀਂ ਹੈ, ਮੇਰੇ ਤੋਂ ਵਧੀਆ ਵੀ ਹੈ। ਉਹ ਕਹਿੰਦਾ ਉਹ ਕੌਣ ਹੈ? ਉਹ ਕਹਿੰਦਾ ਮੇਰਾ ਗੁਰੂ, ਮੇਰਾ ਉਸਤਾਦ, ਜਿਹਨੇ ਮੈਨੂੰ ਸਿਖਾਇਆ। ਬਾਦਸ਼ਾਹ ਕਹਿੰਦਾ ਵੀ ਅੱਛਾ ਮੈਨੂੰ ਸੁਣਾ। ਉਹਨੇ ਅੱਗੇ ਗੱਲ ਆਖੀ, ਕਹਿੰਦਾ ਵੀ ਬਸ ਇਹੀ ਦਿੱਕਤ ਹੈ ਬਾਦਸ਼ਾਹ, ਉਹਨੇ ਤੇਰੇ ਕਹੇ 'ਤੇ ਨਹੀਂ ਗਾਣਾ, ਨਾ ਤੂੰ ਆਖੇ ਇੱਥੇ ਆ ਜਾ, ਉਹਨੇ ਇੱਥੇ ਵੀ ਨਹੀਂ ਆਉਣਾ ਤੇਰੇ ਸੱਦੇ। ਅਤੇ ਜੇ ਤੂੰ ਉੱਥੇ ਜਾ ਕੇ ਬਹਿ ਜਾਏ ਵੀ ਗਾ, ਚੱਲ ਗਾਉਣ ਲੱਗ ਜੇ, ਇੱਦਾਂ ਵੀ ਗੱਲ ਨਹੀਂ, ਇਹ ਤਾਂ ਹੋ ਨਹੀਂ ਸਕਦਾ। ਉਹ ਤਾਂ ਆਪਣੀ ਮਸਤੀ 'ਚ ਗਾਉਂਦਾ, ਖੁਮਾਰੀ 'ਚ। ਆਪਾਂ ਚੱਲਾਂਗੇ, ਜਾ ਕੇ ਬੈਠ ਜਾਵਾਂਗੇ, ਲੁਕਾਂਗੇ ਕਿਤੇ, ਦੱਸਦੇ ਨਹੀਂ ਉਹਨੂੰ। ਜਦੋਂ ਕਿਤੇ ਉਹਨੇ ਗਾਇਆ ਸੁਣ ਲਈ। ਲਿਖਿਆ ਮਿਲਦਾ ਹੈ ਕਿ ਬਾਦਸ਼ਾਹ ਅਤੇ ਤਾਨਸੇਨ ਦੋਵੇਂ ਜਣੇ ਜਾਂਦੇ ਰਹੇ ਉਹਦੀ ਕੁਟੀਆ ਦੇ ਕਿਤੇ ਸਾਈਡ ਜੀ 'ਤੇ ਬੈਠ ਕੇ ਲੁਕ ਜਾਂਦੇ ਰਹੇ। ਇੱਕ ਦਿਨ ਗਏ, ਉਹਨੇ ਸਾਰਾ ਦਿਨ ਲੰਘ ਗਿਆ, ਕੋਈ ਨਾ ਗਾਇਆ। 2-3 ਦਿਨ ਜਾਂਦੇ ਲੁਕਦੇ ਰਹੇ, ਗਾਇਆ ਹੀ ਨਾ। ਇੱਕ ਦਿਨ ਕਿਤੇ ਉਹਨੇ ਬਣੀ ਗੱਲ ਜੀ, ਉਹਨੇ ਆਪਣਾ ਫਿਰ ਸੁਰ ਅਲਾਪ ਲਾਈ। ਜਦੋਂ ਉਹਨੇ ਕੋਈ ਗਾਇਆ ਨਾ ਜੀ, ਹਰਕਤ ਕੀਤੀ, ਬਾ ਉਸ ਵੇਲੇ ਪਹਿਲੀ ਵਾਰ ਅਕਬਰ ਬਾਦਸ਼ਾਹ ਨੂੰ ਕਹਿ ਲਓ ਕਿ ਸੁਰਤ ਜੁੜੀ ਕਿਤੇ। ਅਕਬਰ ਬਾਦਸ਼ਾਹ ਅਤੇ ਤਾਨਸੇਨ ਕਿੰਨੇ ਟਾਈਮ ਦੇ ਲਈ ਮੰਤਰ ਮੁਗਧ ਹੋ ਗਏ, ਜਿਵੇਂ ਕਿਸੇ ਨੂੰ ਹਿਪਨੋਟਾਈਜ਼ ਕਰਕੇ ਬਿਠਾ ਦਿੱਤਾ ਜਾਏ, ਜਿਵੇਂ ਮਿਰਗ ਘੰਡੇ ਹੇੜੇ ਦੇ ਸ਼ਬਦ ਨੂੰ ਸੁਣ ਕੇ ਬੈਠ ਜਾਂਦਾ ਹੈ, ਇਸ ਤਰੀਕੇ ਦੇ ਨਾਲ ਮੰਤਰ ਮੁਗਧ ਹੋ ਗਏ। ਕਿੰਨਾ ਸਮਾਂ ਬਾਅਦ ਉਹਨਾਂ ਨੂੰ ਥੋੜ੍ਹੀ ਜਿਹੀ ਆਪਣੇ ਸਰੀਰ ਦੀ ਸੁੱਧ ਹੋਈ,
ਸ਼ੁੱਧ ਹੋਈ ਤੇ ਆਏ ਆਪਣੇ ਮਹਿਲਾਂ ਦੇ ਵਿੱਚ। ਅਕਬਰ ਨੇ ਫਿਰ ਉਹਨੂੰ ਪੁੱਛਿਆ ਤਾਨਸੇਨ ਨੂੰ, ਤਾਨਸੇਨ ਤੂੰ ਕਿਉਂ ਨਹੀਂ ਇੰਨਾ ਸੋਹਣਾ ਗਾ ਲੈਂਦਾ? ਤੂੰ ਵੀ ਤਾਂ ਉਹਦਾ ਚੇਲਾ ਹੀ ਹੈ। ਉਹ ਇੰਨਾ ਰਸ ਉਹਦੇ ਗਾਉਣ ਵਿੱਚ, ਤੂੰ ਕਿਉਂ ਨਹੀਂ ਗਾ ਸਕਦਾ? ਉਹਨੇ ਜਿਹੜੀ ਤਾਨਸੇਨ ਨੇ ਗੱਲ ਆਖੀ ਬੜੀ ਕਮਾਲ ਦੀ ਸੀ। ਉਹਨੇ ਆਖਿਆ, ਕਹਿੰਦਾ ਬਾਦਸ਼ਾਹ ਫਰਕ ਹੀ ਹੈ, ਗਾਉਂਦਾ ਮੈਂ ਵੀ ਉਹੀ ਰਾਗ ਆ ਉਹ ਤੋਂ ਹੀ ਸਿੱਖਿਆ। ਉਹਦੇ ਕੋਲ ਜੋ ਕੁਛ ਸੀ ਮੈਨੂੰ ਦੇ ਦਿੱਤਾ। ਉਹ ਕੋਈ ਬੇਈਮਾਨ ਤਾਂ ਹੈ ਨਹੀਂ ਸੀ, ਮੈਨੂੰ ਗਲਤ ਦੇ ਸਿਖਾਤਾ ਉਹਨੇ ਜਾਂ ਕੁਛ ਰੱਖ ਲਿਆ ਲੁਕੋ ਕੇ। ਉਹਦੇ ਕੋਲ ਜੋ ਕੁਛ ਸੀ ਉਹਨੇ ਮੈਨੂੰ ਦੇ ਦਿੱਤਾ, ਗਾਉਣ ਦੀ ਕਲਾ। ਪਰ ਇੱਕ ਚੀਜ਼ ਉਹ ਹੈ ਜਿਹੜੀ ਕਿਸੇ ਨੂੰ ਦਿੱਤੀ ਨਹੀਂ ਜਾਂਦੀ, ਆਪਣੇ ਅੰਦਰੋਂ ਹੀ ਪ੍ਰਗਟ ਹੁੰਦੀ ਹੈ। ਜਦੋਂ ਪ੍ਰਗਟ ਹੋ ਜਾਏ, ਬੰਦਾ ਪ੍ਰਗਟ ਕਰਨ ਦੇ ਲਈ ਯਤਨ ਕਰ ਸਕਦਾ, ਪਰ ਜਦੋਂ ਪ੍ਰਗਟ ਹੋ ਜਾਏ ਉਦੋਂ ਗੱਲ ਬਣਦੀ। ਉਹ ਹੈ ਪਰਮੇਸ਼ਰ ਦਾ ਪ੍ਰੇਮ। ਐ ਬਾਦਸ਼ਾਹ, ਜਦ ਮੈਂ ਗਾਉਣਾ ਤਾਂ ਮੈਂ ਤੈਨੂੰ ਖੁਸ਼ ਕਰਨ ਲਈ ਗਾਉਣਾ, ਵੀ ਬਾਦਸ਼ਾਹ ਅਕਬਰ ਖੁਸ਼ ਹੋ ਜਾਏ। ਅਤੇ ਮੇਰਾ ਗੁਰੂ, ਮੇਰਾ ਉਸਤਾਦ ਜਦ ਗਾਉਂਦਾ, ਉਹ ਕਿਸੇ ਦੁਨਿਆਵੀ ਬਾਦਸ਼ਾਹ ਨੂੰ ਨਹੀਂ, ਉਹ ਰੱਬ ਨੂੰ ਮੁਖਾਤਿਬ ਹੋ ਕੇ ਰੱਬ ਨੂੰ ਖੁਸ਼ ਕਰਨ ਲਈ ਗਾਉਂਦਾ ਹੈ। ਬਸ ਜਦੋਂ ਰੱਬ ਨੂੰ ਖੁਸ਼ ਕਰਨ ਲਈ ਗਾਉਂਦਾ ਤਾਂ ਦੁਨੀਆ ਦੇ ਰਾਜੇ ਉਹਦੇ ਸਾਹਮਣੇ ਕੁਛ ਨਹੀਂ। ਇਸ ਲਈ ਉਹਦੇ ਵਿੱਚ ਰਸ ਹੈ ਜੋ ਮੇਰੇ ਵਿੱਚ ਹਜੇ ਤੱਕ ਨਹੀਂ ਆਇਆ। ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਕਿ ਰਾਗ ਇੱਕ ਆਰਟ ਹੈ। ਪਰ ਕੋਈ ਆਖੇ ਵੀ ਰਾਗ ਗਾ 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 ਕੇ ਮੈਂ ਪਾ ਲਵਾਂ ਇਕੱਲਾ ਰਾਗ ਹੀ, ਜੇ ਉਹਦੇ 'ਚ ਪ੍ਰੇਮ ਨਾ ਹੋਵੇ ਅਤੇ ਸਿਰਫ ਤੋਂ ਸਿਰਫ ਸਾਧ ਸੰਗਤ ਜੀ ਉਹ ਕਹਿ ਲਓ ਕਿ ਦੁਨੀਆ ਨੂੰ ਖੁਸ਼ ਕਰਨਾ, ਗਲੇ ਤੱਕ ਹਰਕਤਾਂ ਰਹਿ ਜਾਣਗੀਆਂ, ਪਰਮਾਤਮਾ ਨਾਲ ਪਿਆਰ ਨਹੀਂ ਪੈ ਸਕਦਾ। ਹਾਂ, ਜਿੱਥੇ ਰਾਗ ਪ੍ਰੇਮ ਦੇ ਵਿੱਚੋਂ ਹੀ ਪੈਦਾ ਹੁੰਦਾ ਹੈ, ਰਾਗ ਦੇ ਨਾਲ ਸੁਰਤ ਜੁੜਦੀ ਹੈ, ਪਰ ਕਿਤੇ ਨਾ ਕਿਤੇ ਬੰਦਾ ਇਹਨੂੰ ਵੀ ਵਪਾਰ ਬਣਾ ਲੈਂਦਾ ਹੈ ਅਗਰ ਅੰਦਰ ਪ੍ਰੇਮ ਨਾ ਹੋਵੇ। ਇੱਕ ਗਾਵੈ ਰਾਗ ਪਰੀਆਂ ਰਾਗ ਨਾ ਭੀਜਈ, ਇੱਕ ਨੱਚ ਨੱਚ ਪੂਰੈ ਤਾਲ ਭਗਤ ਨਾ ਕੀਜਈ। ਮਹਾਰਾਜ ਕਹਿੰਦੇ ਕਈ ਨੱਚਦੇ ਆ, ਨੱਚੀ ਹੋ ਜਾਂਦੇ ਆ, ਤਾਲ ਪੂਰਦੇ ਆ, ਤਾਲੀਆਂ ਵੱਜਦੀਆਂ ਨੇ, ਤਾਲ ਵਜਾਉਂਦੇ ਆ ਜੀ, ਆਹ ਤਾਲ ਵਜਾਇਆ, ਉਹਦੇ ਨਾਲ ਪੈਰ ਮਿਲਾ ਕੇ ਤਾਲਾਂ ਦੇ ਨਾਲ ਤਾਲ ਪੂਰਦੇ ਆ। ਜਿਸ ਤਰ੍ਹਾਂ ਦਾ ਤਾਲ ਵੱਜਦਾ ਉਸ ਤਰੀਕੇ ਦੇ ਨਾਲ ਪੈਰ ਹਿਲਾਉਂਦੇ ਹਨ। ਗੁਰੂ ਜੀ ਕਹਿੰਦੇ ਕਈ ਇੱਕ ਇੱਦਾਂ ਕਰਦੇ ਹਨ। ਗੁਰੂ ਨਾਨਕ ਦੇਵ ਜੀ ਆਖ ਰਹੇ, ਇੱਕ ਨੱਚ ਨੱਚ ਪੂਰੈ ਤਾਲ ਭਗਤ ਨਾ ਕੀਜਈ। ਗੁਰੂ ਪਾਤਸ਼ਾਹ ਜੀ ਕਹਿੰਦੇ ਭਗਤੀ ਨਹੀਂ ਹੈ ਉਹਨਾਂ ਦੀ, ਰੋਟੀਆਂ ਕਾਰਨ ਪੂਰੈ ਤਾਲ ਆਪ ਪਛਾੜੈ ਧਰਤੀ ਨਾਲ। ਆਪਣੇ ਆਪ ਨੂੰ ਧਰਤੀ ਨਾਲ ਮਾਰਦੇ ਆ, ਸਿਰਫ ਢਿੱਡ ਭਰਨ ਦੇ ਲਈ ਹੋ ਰਿਹਾ। ਕਹਿੰਦੇ ਭਗਤੀ ਨਹੀਂ ਹੈ। ਇੱਕ ਅੰਨ ਨਾ ਖਾਹੇ ਮੂਰਖ, ਤਿੰਨਾ ਕਿਆ ਕੀਜਈ। ਇੱਕ ਅੰਨ ਨਾ ਖਾਹੇ ਮੂਰਖ। ਗੁਰੂ ਜੀ ਕਹਿੰਦੇ ਕਈ ਬੰਦੇ ਹੱਠ ਕਰਕੇ ਬਹਿ ਜਾਂਦੇ ਹਨ, ਲਓ ਜੀ ਮੈਂ ਅੰਨ ਨਹੀਂ ਖਾਣਾ, ਲਓ ਜੀ ਮੈਂ ਭੋਜਨ ਨਹੀਂ ਛਕਣਾ। ਮਹਾਰਾਜ ਕਹਿੰਦੇ ਫਿਰ ਕੀ ਉਹ ਸਿਆਣਪ ਹੈ? ਕੋਈ ਬੰਦਾ ਹੱਠ ਕਰੇ ਵੀ ਲਓ ਜੀ ਅੰਨ ਨਹੀਂ ਖਾਣਾ। ਮਹਾਰਾਜ ਕਹਿੰਦੇ ਅੰਨ ਨਾ ਖਾਇਆ, ਸਾਧ ਗਵਾਇਆ, ਬਹੁਤ ਦੁੱਖ ਪਾਇਆ, ਦੂਜਾ ਪਾਇਆ। ਅੰਨ ਨਾ ਖਾਧਾ, ਸਵਾਦ ਗਵਾ ਬੈਠੇ, ਪਰ ਦੁੱਖ ਹੈ, ਦੂਜੇ ਪਾਸੇ ਹੀ ਭਟਕਦਾ ਫਿਰਦਾ। ਸਰੀਰ ਦੇ ਵਿੱਚ ਜਿੰਨੀ ਕੁ ਸਰੀਰ ਦੀ ਲੋੜ ਹੈ ਉਨਾ ਇਹਨੂੰ ਸਮੇਂ ਅਨੁਸਾਰ ਖੁਰਾਕ ਦੇ ਦੇਣੀ ਚਾਹੀਦੀ ਹੈ। ਭੁੱਖ ਲੱਗ ਜਾਣੀ ਅਤੇ ਰੋਟੀਆਂ ਹੀ ਸੁਪਨੇ 'ਚ ਦਿਖਦੀਆਂ ਬੰਦੇ ਨੂੰ, ਭੁੱਖੇ ਨੂੰ। ਜਿਹੜਾ ਬੰਦਾ ਭੁੱਖਾ ਹੈ, ਜਿਹੜਾ ਬੰਦਾ ਪਿਆਸਾ ਹੈ, ਉਹ ਬੰਦੇ ਨੂੰ ਉਹਦੀ ਸੁਰਤ ਉੱਧਰ ਨੂੰ ਹੀ ਜਾਂਦੀ ਵਾਰ-ਵਾਰ। ਜਦੋਂ ਬਸ ਇੱਕ ਗੱਲ ਦਾ ਧਿਆਨ ਰੱਖਣਾ, ਪੇਟੂ ਨਹੀਂ ਬਣਨਾ ਵੀ ਸਾਰਾ ਦਿਨ ਬਸ ਖਾਣ ਵਾਲੇ ਸੁਰਤ। ਮਾੜੀ ਜਿਹੀ ਚੀਜ਼ ਕਈ ਬੰਦਿਆਂ ਨੂੰ ਦੇਖੀਦਾ, ਰੋਟੀ ਖਾ ਲੈਣਗੇ, ਆਪ ਸਭ ਕੁਝ ਕਰ ਲੈਣਗੇ, ਜਦੋਂ ਰੱਜੇ ਵੀ ਹੋਣਗੇ ਤਾਂ ਵੀ ਉਹਨਾਂ ਦੀ ਜਿਹੜੀ ਨਜ਼ਰ ਅੱਖਾਂ ਨੇ ਨਾ ਉਹ ਨਹੀਂ ਰੱਜਦੀਆਂ। ਤ੍ਰਿਸ਼ਨਾ, ਉਹਨਾਂ ਦਾ ਢਿੱਡ ਭਰ ਜਾਂਦਾ, ਉਹਨਾਂ ਦੀ ਤ੍ਰਿਸ਼ਨਾ ਨਹੀਂ ਭਰਦੀ। ਐਂ ਅੱਖਾਂ ਨਾਲੇ ਜਿਹਨੂੰ ਖਾ ਜਾਣਗੇ, ਇੱਦਾਂ ਦੀ ਉਹਨਾਂ ਦੀ ਸੁਰਤ ਹੁੰਦੀ ਹੈ। ਇਸ ਲਈ ਇੱਦਾਂ ਦਾ ਨਹੀਂ ਬਣਨਾ। ਇਹਨੂੰ ਸਰੀਰ ਨੂੰ ਇਹਦੀ ਜ਼ਰੂਰਤ ਹੈ ਜਿੰਨੀ ਕੁ ਉਨੀ ਕੁ ਦਿਓ। ਅੰਨੈ ਬਾਝ ਨਾ ਹੋਏ ਸੁਕਾਲ, ਤਜੈ ਅੰਨ ਨਾ ਮਿਲੈ ਗੋਪਾਲ।
ਇਹਨੂੰ ਛੱਡਣ ਨਾਲ ਵੀ ਗੋਪਾਲ ਨਹੀਂ ਮਿਲਦਾ। ਪਰ ਕੋਈ ਆਖੇ ਵੀ ਇਹ ਖਾਈ ਜਾਣਾ ਸਾਰਾ ਦਿਨ, ਰੋਟੀਆਂ ਹੀ ਖਾਈ ਜਾਣੀਆਂ ਨੇ, ਆਲੇ ਦਾਲੇ ਪਦਾਰਥ ਖਾਈ ਜਾਣੇ ਆ, ਸਾਰਾ ਕੁਝ ਬਿੰਦੇ ਬਿੰਦੇ, ਉਹ ਵੀ ਨਹੀਂ ਗੱਲ। ਲੋੜ ਅਨੁਸਾਰ ਜਿੰਨੀ ਕਿਸ ਦੇਹੀ ਦੀ ਜ਼ਰੂਰਤ ਹੈ ਉਨਾ ਕਿ ਇਹਨੂੰ ਛਕਾਓ। ਅਤੇ ਜਿਹੜੇ ਕਹਿੰਦੇ ਵੀ ਛੱਡ ਕੇ ਹੀ ਬਿਲਕੁਲ ਖਾਣਾ ਹੀ ਨਹੀਂ, ਗੁਰਮਤ ਦਾ ਰਾਹ ਨਹੀਂ ਹੈ। ਸਾਰੀ ਜ਼ਿੰਦਗੀ ਇਸੇ ਸਾਧਨਾ 'ਤੇ ਲੰਘ ਜਾਂਦੀ ਹੈ ਕਿ ਮੈਂ ਖੁਰਾਕ ਘਟਾ ਦੇਵਾਂ, ਛੱਡ ਦੇਵਾਂ। ਸਾਰੀ ਜ਼ਿੰਦਗੀ ਬਸ ਇਸ ਚੀਜ਼ ਨੂੰ ਰੱਖਣ ਲਈ ਉਹ ਬੰਦੇ ਦੀ ਸਾਧਨਾ 'ਤੇ ਲੰਘ ਜਾਂਦਾ। ਜ਼ਿੰਦਗੀ ਦਾ ਜਿੱਥੇ ਰੋਟੀ ਪਾਣੀ ਇਸ ਕਰਕੇ ਬੰਦਾ ਘਟਾਉਂਦਾ ਵੀ ਮਿਹਨਤ ਨਾ ਕਰਨੀ ਪਵੇ, ਜਾਂ ਕਹਿ ਲਓ ਕਿ ਸਮਾਂ ਨਾ ਵਿਅਰਥ ਜਾਵੇ ਮੇਰਾ, ਰੋਟੀ ਦੇ ਉੱਤੇ ਸਰੀਰ ਨਾ ਮੰਗੇ। ਸਰੀਰ ਨੇ ਤਾਂ ਮੰਗਣਾ ਹੀ ਹੈ, ਇਹ ਨਹੀਂ ਕੋਈ ਹੋਰ ਚੀਜ਼ ਦਊਂਗੇ। ਸਰੀਰ ਨੂੰ ਤਾਂ ਅੰਨਮੈ ਕੋਸ਼ ਹੈ, ਇਹਨੂੰ ਉਹ ਤੱਤ ਚਾਹੀਦੇ ਆ। ਰੋਟੀ 'ਚੋਂ ਨਹੀਂ ਮਿਲਣਗੇ, ਕਿਸੇ ਹੋਰ ਚੀਜ਼ 'ਚੋਂ ਲਓਗੇ, ਕਿਸੇ ਦਰੱਖਤਾਂ ਦੀਆਂ ਛਿੱਲਾਂ 'ਚੋਂ ਲਓਗੇ, ਫਲ ਫਰੂਟ 'ਚੋਂ ਲਓਗੇ, ਦੁੱਧ 'ਚੋਂ ਲਓਗੇ, ਕਿਸੇ ਹੋਰ ਚੀਜ਼ 'ਚੋਂ ਲਾਓਗੇ, ਜੜੀ ਬੂਟੀ 'ਚੋਂ ਲਓਗੇ। ਫਿਰ ਉੱਧਰ ਨੂੰ ਸਾਰੀ ਜ਼ਿੰਦਗੀ ਉੱਧਰ ਨੂੰ ਲੰਘ ਜਾਂਦੀ ਹੈ। ਇਸ ਲਈ ਸਰੀਰ ਦਾ ਆਧਾਰ ਕੁਛ ਨਾ ਕੁਛ ਤਾਂ ਹੈ। ਅਤੇ ਕਈ ਬੰਦੇ ਕਹਿੰਦੇ ਜੀ ਅਸੀਂ ਅੰਨ ਖਾਣਾ ਨਹੀਂ, ਮਹਾਰਾਜ ਕਹਿੰਦੇ ਮੂਰਖ ਹੈ ਉਹ। ਪਰਮਾਤਮਾ ਵਾਹਿਗੁਰੂ ਨੇ 36 ਪ੍ਰਕਾਰ ਦੇ ਪਦਾਰਥ ਦਿੱਤੇ ਆ, ਉਹਨਾਂ ਦੇ ਵਿੱਚ ਉਹਨਾਂ ਨੂੰ ਛਕ ਕੇ ਨਾਮ ਜਪੋ, ਬਸ ਥੋੜ੍ਹਾ ਬਹੁਤਾ ਲੋੜ ਅਨੁਸਾਰ ਛਕੋ। ਜਿਹੜੇ ਉਹਨੂੰ ਛੱਡਣ 'ਤੇ ਹੀ ਆਪਣੀ ਪੂਰੀ ਐਨਰਜੀ ਲਾ ਲੈਂਦੇ, ਮਹਾਰਾਜ ਕਹਿੰਦੇ ਨਾ ਭਾਈ, ਇੱਕ ਅੰਨ ਨਾ ਖਾਹੇ ਮੂਰਖ, ਤੇ ਨਾ ਕਿਆ ਕੀਜੇ। ਉਹਨਾਂ ਦਾ ਕੀ ਕਰੀਏ ਹੁਣ? ਧੱਕੇ ਨਾਲ ਖਵਾਓਗੇ, ਕੁਛ ਵੀ ਨਹੀਂ ਕਰ ਸਕਦੇ। ਪਰ ਮਹਾਰਾਜ ਕਹਿੰਦੇ ਇਹ ਆਪਣੇ ਮਨ ਨੂੰ ਮੁੱਖ ਰੱਖ ਰਹੇ ਹਨ ਜਿਹੜੇ ਇਹ ਕੰਮ ਕਰ ਰਹੇ। ਤ੍ਰਿਸ਼ਨਾ ਹੋਈ ਬਹੁਤ ਕਿਵੈ ਨਾ ਧੀਜਈ, ਅੰਨ ਛੱਡਤਾ, ਖਾਣਾ ਕੁਛ ਨਹੀਂ, ਪਰ ਬੈਂਕ 'ਚ ਜ਼ੀਰੋਆਂ ਇੰਨੀਆਂ ਲੱਗੀ ਜਾਂਦੀਆਂ, ਹਰ ਦਿਨ, ਹਰ ਮਹੀਨੇ, ਹਰ ਹਫ਼ਤੇ ਜ਼ੀਰੋ ਵਧੀ ਜਾਂਦੀ ਹੈ। ਉਹ ਕਾਹਦੇ ਲਈ ਇਕੱਠੇ ਕਰੀ ਜਾਂਦਾ? ਉਹ ਖਾਂਦਾ ਤਾਂ ਤੂੰ ਕਹਿੰਦਾ ਮੈਂ ਦਾਣਾ ਨਹੀਂ, ਅਨਾਜ ਨਹੀਂ ਖਾਂਦਾ, ਮੈਂ ਇਹ ਜੀ ਪਾਉਣ ਹਾਰੀ ਹੈ, ਅਤੇ ਇਕੱਠਾ ਕਾਹਦੇ ਲਈ ਕਰੀ ਜਾਂਦਾ? ਝਗੜੇ ਚੱਲਦੇ ਅਦਾਲਤਾਂ 'ਚ ਡੇਰਿਆਂ ਦੇ, ਇੱਕ ਪਾਸੇ ਸੰਤ ਬਣੇ ਬੈਠੇ, ਇੱਕ ਪਾਸੇ ਸਾਧ ਬਣੇ ਬੈਠੇ, ਇੱਕ ਪਾਸੇ ਇਹ ਲੋਕਾਂ 'ਚ ਪ੍ਰਗਟ ਕਰ ਰਹੇ ਜੀ ਇਹ ਤਾਂ ਅੰਨ ਵੀ ਨਹੀਂ ਖਾਂਦੇ। ਫਿਰ ਤੁਸੀਂ ਕੀ ਖਾਂਦੇ ਹੋ ਬਈ? ਮਹਾਰਾਜ ਕਹਿੰਦੇ ਤ੍ਰਿਸ਼ਨਾਲੂ ਹੋ, ਤ੍ਰਿਸ਼ਨਾ ਹੋਈ ਬਹੁਤ ਕਿਵੈ ਨਾ ਧੀਜੇ। ਤੁਹਾਡੇ ਅੰਦਰ ਤਾਂ ਇੰਨੀ ਤ੍ਰਿਸ਼ਨਾ ਦੀ ਅੱਗ ਬਲਦੀ ਫਿਰਦੀ ਹੈ ਜਿਹਦੇ ਕਰਕੇ ਧੀਰਜੇ ਨਹੀਂ ਆ ਸਕਦਾ ਤੁਹਾਨੂੰ। ਤੁਹਾਡੇ ਨਾਲੋਂ ਤਾਂ ਉਹ ਬੰਦਾ ਚੰਗਾ 2 ਵਕਤ ਦੀ ਰੋਟੀ ਛਕਦਾ ਹੈ, ਮਿਹਨਤ ਕਰਦਾ ਹੈ, ਹੱਡ ਭੰਨਵੀਂ ਰੱਬ ਰੱਬ ਕਰਦਾ, ਤੁਹਾਡੇ ਨਾਲੋਂ ਤ੍ਰਿਸ਼ਨਾਲੂ ਉਹ ਚੰਗਾ ਹੈ। ਤੁਹਾਡੀ ਤ੍ਰਿਸ਼ਨਾ ਬੁਝ ਨਹੀਂ ਸਕਦੀ ਇਹ ਕੰਮਾਂ ਦੇ ਨਾਲ। ਕਰਮ ਵਧ ਹੈ ਕਹਿ ਲੋ ਖਪ ਮਰੀਜੀ। ਫਿਰ ਕੋਈ ਬੰਦਾ ਕਰਮ ਕਰੀ ਵੀ ਜਾਏ ਬਹੁਤੇ, ਕੋਈ ਬੰਦਾ ਆਖੇ ਜੀ ਮੈਂ ਕਰ ਕਰਕੇ ਕੰਮ ਬਹੁਤ ਕਰਦਾ, ਮੈਂ ਬੜਾ ਕੰਮ ਆ ਜੀ। ਇੱਕ ਕਿ 2 ਇਹ ਦੁਨੀਆ ਨੂੰ ਛੱਡ ਕੇ ਭਾਵੇਂ ਤੁਹਾਨੂੰ ਸਵਰਗ ਦਾ ਕੰਮ ਵੀ ਤੇਰੇ ਸਿਰ 'ਤੇ ਆ ਪਵੇ, ਕੰਮ ਵੀ ਇੱਕ ਹੱਦ ਹੈ, ਬਸ ਲੋੜ ਅਨੁਸਾਰ ਕਰ ਲਓ ਜਿੰਨਾ ਕੁ ਹੈ। ਧੀਰਜ ਇਹਦੇ ਨਾਲ ਵੀ ਨਹੀਂ ਮਿਲਣਾ, ਖੱਪ ਖੱਪ ਕੇ ਮਰਨਾ ਹੀ ਹੈ। ਜਿੰਨਾ ਮਰਜ਼ੀ ਕਰ ਲਓ ਓਨਾ ਕੁ ਕਰੋ ਜਿਹਦੇ ਨਾਲ ਕਿਰਤ ਵਿਰਤ ਇੰਨੀ ਕੁ ਕਰੋ ਜਿਹਦੇ ਨਾਲ 2 ਵਕਤ ਦਾ ਪ੍ਰਸ਼ਾਦਾ ਪਾਣੀ ਮਿਲ ਜਾਏ। ਅਤੇ ਇੱਦਾਂ ਦਾ ਕਰੋ ਕਿ ਸਿਮਰਨ ਵਿੱਚ, ਬੰਦਗੀ ਵਿੱਚ, ਪਾਠ ਪੂਜਾ ਵਿੱਚ ਵਿਘਨ ਨਾ ਪਵੇ। ਆਪਣਾ ਸਿਮਰਨ ਜਿੰਨਾ 2.5 ਘੰਟੇ ਸਮਾਂ ਕੱਢਣਾ ਪੱਕਾ ਕੱਢੋ। ਅਤੇ ਜੇ ਕੋਈ ਆਖੇ ਜੀ ਗੁਰੂ ਸਾਹਿਬ ਨੇ ਸਾਨੂੰ ਆਖਿਆ ਵੀ ਧਰਮ ਦੀ ਕਿਰਤ ਕਰੋ, ਪਰ ਇਹ ਵੀ ਨਹੀਂ ਆਖਿਆ ਵੀ ਖੱਪ ਖੱਪ ਮਰੀ ਜਾਓ ਅੱਧੀ ਰਾਤ ਤੱਕ, 2 ਵਜੇ ਤੱਕ, 4 ਵਜੇ ਤੱਕ ਤੁਸੀਂ ਲੱਗੇ ਹੀ ਰਹੋ। ਸਵੇਰ ਤੋਂ ਲੱਗੋ ਅਤੇ ਤੁਹਾਡਾ ਵਿੱਚੇ ਪਾਠ, ਤੁਹਾਡਾ ਵਿੱਚੇ ਨਿਤਨੇਮ, ਤੁਹਾਡਾ ਸਭ ਕੁਝ ਖਤਮ ਹੋ ਜਾਏ। ਮਹਾਰਾਜ ਕਹਿੰਦੇ ਖੱਪ ਮਰੀਜੇ ਹੀ, ਖੱਪ ਕੇ ਮਰ ਜਾਏਗਾ। ਇੱਦਾਂ ਵੀ ਗੱਲ ਨਹੀਂ ਬਣਨੀ। ਲਾਹਾ ਨਾਮ ਸੰਸਾਰ ਅੰਮ੍ਰਿਤ ਪੀਜੇ। ਭਾਈ ਅਸਲ ਗੱਲ ਤਾਂ ਹੈ ਨਾਮ ਦਾ ਲਾਹਾ ਲੈਣਾ ਸੰਸਾਰ ਵਿੱਚ। ਕੀ ਉਹ ਲੈ ਰਹੇ ਤੁਸੀਂ? ਮਹਾਰਾਜ ਕਹਿੰਦੇ ਜੇ ਲੈ ਰਹੇ ਤਾਂ ਇਹੀ ਲਾਹਾ ਹੈ। ਇਹ ਅੰਮ੍ਰਿਤ ਨਾਮ ਦੇ ਤੁਸੀਂ ਪੀਅਕੜ ਬਣੋ, ਉਹ ਨਾਮ ਨੂੰ ਪੀਓ, ਜਪੋ ਜਣੀ ਗੁਰਮੁਖੋ। ਹਰ ਭਗਤੀ ਅਸਨੇਹ ਗੁਰਮੁਖ ਕੀਜੇ। ਆਖਰੀ ਪੰਕਤੀ 'ਚ ਕਹਿ ਰਹੇ ਹਨ ਹਰੀ ਦੀ ਭਗਤੀ ਨਾਲ ਪਿਆਰ ਕਰੋ, ਗੁਰਮੁਖ ਕੀਜੇ। ਗੁਰਮੁਖ ਜਨ ਉਹ ਪ੍ਰਮਾਤਮਾ ਨਾਮ ਵਿੱਚ ਭਿੱਜਦਾ ਹੈ,
ਉਸ ਨੂੰ ਪ੍ਰਾਪਤ ਕਰਦਾ ਹੈ। ਇਸ ਲਈ ਹਾਠ ਭੁੱਖੇ ਰਹਿਣਾ, ਜ਼ਿਆਦਾ ਖਾਈ ਜਾਣਾ, ਕੁਛ ਵੀ ਨਾ ਕਰਨਾ, ਜ਼ਿਆਦਾ ਕਰੀ ਜਾਣਾ, ਇਹ ਵੀ ਨਹੀਂ। ਸਹਿਜ ਵਿੱਚ ਥੋੜ੍ਹਾ ਥੋੜ੍ਹਾ ਚੱਲੀ ਚੱਲੋ, ਨਾਮ ਜਪੀ ਚੱਲੋ, ਗੁਰੂ ਗੁਰੂ ਕਰੀ ਚੱਲੀਏ, ਜਿਹਦੇ ਨਾਲ ਸਾਡੇ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਣ। ਇਹ ਗੁਰੂ ਜੀ ਨੇ ਇੱਥੇ ਬਖਸ਼ਿਸ਼ ਕੀਤੀ ਹੈ। ਇੱਥੇ 17ਵੀਂ ਪੌੜੀ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਆਓ ਆਪਾਂ ਹੁਣ ਗੁਰੂ ਜੀ ਦੇ ਪਾਵਨ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਾਂਗੇ ਔਰ ਗੁਰੂ ਜੀ ਦੇ ਇਤਿਹਾਸ ਤੋਂ ਜਾਣੂ ਹੋਵਾਂਗੇ। ਅੱਜ ਦੁਪਹਿਰ 12 ਵਜੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ 5 ਪਿਆਰੇ ਸਾਹਿਬਾਨ ਵੱਲੋਂ ਖੰਡੇ ਬਾਟੇ ਦਾ ਅੰਮ੍ਰਿਤ ਵੀ ਤਿਆਰ ਹੋਏਗਾ। ਇਹ ਥੋੜ੍ਹੇ ਦਿਨਾਂ ਤੋਂ ਪੂਰੇ ਦੇਸ਼ ਦੇ ਵਿੱਚ ਐਮਰਜੈਂਸੀ ਦਾ ਜਿਹੜਾ ਮਾਹੌਲ ਬਣਿਆ ਹੋਇਆ ਸੀ ਜਾਂ ਤਾਲਾਬੰਦੀ ਲੱਗੀ ਹੋਈ ਸੀ, ਉਹਦੇ ਕਰਕੇ ਸੰਗਤਾਂ ਆ ਨਹੀਂ ਸੀ ਸਕਦੀਆਂ। ਫਿਰ ਵੀ ਜਦੋਂ ਪ੍ਰੇਮੀ ਆਉਂਦੇ ਸਨ ਅੰਮ੍ਰਿਤ ਸੰਚਾਰ ਹੁੰਦਾ ਰਿਹਾ। ਪਰ ਹੁਣ ਹਰੇਕ ਐਤਵਾਰ ਤੋਂ ਅੰਮ੍ਰਿਤ ਸੰਚਾਰ ਆਰੰਭਤਾ ਹੋ ਗਈ ਹੈ। ਅੱਜ ਤੋਂ ਹੀ ਜਿਹੜੀਆਂ ਸੰਗਤਾਂ ਨੇ ਵੀ ਭਾਈ, ਬਹੁਤ ਸਾਰੇ ਸਿੰਘ ਗੁਰਸਿੱਖ ਫੋਨ ਕਰਦੇ ਹਨ ਕਿ ਜੀ ਅੰਮ੍ਰਿਤ ਸੰਚਾਰ ਕਦੋਂ ਹੋਏਗਾ, ਕਿੱਦਣ ਹੋਏਗਾ, ਕਦੋਂ ਆਈਏ। ਐਤਵਾਰ ਨੂੰ ਹਰੇਕ ਨੂੰ ਅੰਮ੍ਰਿਤ ਸੰਚਾਰ ਆਰੰਭ ਹੋ ਰਿਹਾ ਹੈ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਅੱਜ ਵੀ ਦੂਰ ਦੁਰਾਡੇ ਤੋਂ ਜਿੰਨਾ ਆਉਣਾ 12 ਵਜੇ ਤੱਕ, ਹਜੇ 7:15 ਹੋਏ ਹਨ। ਪੰਜਾਬ 'ਚੋਂ ਜਿਹੜੇ ਮਰਜ਼ੀ ਖੂੰਜੇ ਤੋਂ ਪਹੁੰਚ ਸਕਦੇ, ਤੁਸੀਂ ਆਓ, ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਗੁਰੂ ਜੀ ਦੇ ਇਤਿਹਾਸਕ ਸ਼ਸਤਰਾਂ ਨੂੰ ਜਾਣੀਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।